ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਜ਼ਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਜੋ ਭਾਈ ਆਪਾਂ ਨੂੰ ਸ਼ਾਮ ਦੇ ਸਮੇਂ ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਨੇ ਸਤਸੰਗ ਘੜੀਆਂ ਬਖਸ਼ੀਆਂ ਨੇ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਮਹਾਰਾਜ ਦਾ ਜੋ ਸੋਹਣਾ ਸੁੰਦਰ ਇਤਿਹਾਸ ਕਥਾ ਲੜੀਵਾਰ ਆਪ ਜੀ ਮਾਈ ਭਾਈ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹੋ। ਗੁਰੂ ਘਰ ਦੇ ਅਨੰਨ ਪਿਆਰੇ ਗੁਰਸੇਵਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ 12ਵੀਂ ਪੀੜ੍ਹੀ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਸੁੰਦਰ ਛੰਦਾਬੰਦੀ ਵਿੱਚ ਲਿਖਿਆ ਹੈ। ਤੋ ਲੜੀਵਾਰ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜੀ ਲੜੀਵਾਰ ਜੋ ਕਥਾ ਸਰਵਣ ਕਰ ਰਹੇ ਹੋ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਪ੍ਰਸੰਗ। ਕੱਲ ਲੜੀ ਤਹਿਤ ਇੱਥੇ ਤੱਕ ਇਤਿਹਾਸ ਸਰਵਣ ਕੀਤਾ ਹੈ। ਬਟਾਲੇ ਨਗਰ ਬਰਾਤ ਪਹੁੰਚੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਸੋਹਣਾ ਟੁਕਾ ਹੋਇਆ ਹੈ, ਜਲ ਪਾਣੀ ਛਕਿਆ ਹੈ। ਤਾਂ ਫਿਰ ਖੱਤਰੀਆਂ ਦੇ ਵਿਵਾਹ ਕਾਰਜਾਂ ਦੀ ਰੀਤੀ ਮੁਤਾਬਕ ਬੇਦੀ ਰਚ ਲਈ ਗਈ। ਉਸ ਸਮੇਂ ਹੋਰ ਪੰਡਤ ਵੀ ਨੇ। ਪੰਡਤ ਹਰਦਿਆਲ ਜੀ ਹਨ ਜੋ ਕਿ ਜਾਣਦੇ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਬੜੀ ਕਿਰਪਾ ਕੀਤੀ, ਕਲਿਆਣ ਕੀਤਾ ਹੈ। ਉਹ ਪੁੱਛਦੇ ਮਹਾਰਾਜ ਕਿਸ ਤਰ੍ਹਾਂ ਤੁਹਾਡਾ ਜਿਹੜਾ ਵਿਵਾਹ ਕਾਰਜ ਹੋਵੇ। ਮਹਾਰਾਜ ਕਹਿੰਦੇ ਭਾਈ ਅਸੀਂ ਕੋਈ ਕਿਸੇ ਅਗਨੀ ਦੇ ਜਾਂ ਹੋਰ ਇਸ ਤਰ੍ਹਾਂ ਦੇ ਪੁਜਾਰੀ ਨਹੀਂ, ਅਸੀਂ ਸਾਡਾ ਇਸ਼ਟ ਅਕਾਲ ਪੁਰਖ ਹੈ। ਆਪਣਿਆਂ ਗੁਰਸਿੱਖਾਂ ਨੂੰ ਅਸੀਂ ਪਰਮੇਸ਼ਰ ਅਕਾਲ ਪੁਰਖ ਦੇ ਲੜ ਲੱਗਣ ਦਾ ਹੀ ਉਪਦੇਸ਼ ਦਿੱਤਾ ਹੈ ਜਾਂ ਦੇ ਰਹੇ ਹਾਂ। ਇਸ ਕਰਕੇ ਜੋ ਫਿਰ ਸ਼ਬਦ ਉਚਾਰ ਕੇ ਉਪਦੇਸ਼ ਦਿੱਤਾ, ਆਪੇ ਰਸੀ ਆਪ ਰਸ ਆਪੇ ਰਾਵਣ ਹਾਰ, ਵੀ ਉਹ ਆਪ ਹੀ ਹੈ ਸਾਰਾ ਕੁਝ।
ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਫਿਰ ਗੁਰਮੁਖੋ ਮਹਾਮੰਤਰ ਜੋ ਅਕਾਲ ਪੁਰਖ ਨਿਰਾਕਾਰ ਬ੍ਰਹਮ ਨੇ ਜੋ ਮਹਾਰਾਜ ਨੂੰ ਬਖਸ਼ਿਸ਼ ਕੀਤਾ, ਇਸ ਵਿਸ਼ੇ ਤੇ ਕੱਲ ਵਿਚਾਰ ਹੋਈ ਸੀ ਕਿ ਉਹ ਪ੍ਰਤੱਖ ਫਿਰ ਮਹਾਮੰਤਰ ਔਰ ਮੂਲ ਮੰਤਰ ਦੇ ਰੂਪ ਵਿੱਚ ਤਾਂ ਜਿਹੜਾ ਹੈ ਮਹਾਰਾਜ ਨੇ ਜਦੋਂ ਵੇਈ ਨਦੀ ਵਿੱਚ ਚੁੱਭਾ ਮਾਰਿਆ ਫਿਰ ਉਹ ਪ੍ਰਤੱਖ ਪ੍ਰਗਟ ਕੀਤਾ। ਉਸ ਤੋਂ ਪਹਿਲਾਂ ਅਜੇ ਮੂਲ ਮੰਤਰ ਜਿਹੜਾ ਉਦੋਂ ਤੇ ਪਹਿਲਾਂ ਮਹਾਮੰਤਰ ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਨਿਰਾਕਾਰ ਬ੍ਰਹਮ ਦਾ ਉਚਾਰਨ ਕੀਤਾ ਹੋਇਆ ਹੈ। ਜੋ 5 ਸਾਲ ਦੀ ਉਮਰ ਸੀ ਮਾਤਾ ਨੂੰ ਵੀ ਅਨੁਭਵ ਹੋ ਗਿਆ ਸੀ, ਇਹ ਕਥਾ ਪਹਿਲਾਂ ਆ ਚੁੱਕੀ ਹੈ। ਜੋ ਮਹਾਰਾਜ ਨੇ ਫਿਰ ਇਹ ਬਹੁਤ ਸੁੰਦਰ ਚੌਂਕੀ ਬਣਾ ਕੇ ਪਵਿੱਤਰ ਕਾਗਜ਼ ਦੇ ਉੱਤੇ ਸਾਫ਼ ਕਾਗਜ਼ ਤੇ ਇਹ ਲਿਖਿਆ, ਇਹਦੀਆਂ ਪ੍ਰਕਰਮਾਂ ਕੀਤੀਆਂ ਨੇ, ਉਹ ਕਥਾ ਆ ਰਹੀ ਹੈ। ਤੋ ਆਓ ਜਿਹੜਾ ਕੱਲ ਆਪਾਂ ਸ਼ਬਦ ਵਿਚਾਰ ਲਿਆ ਸੀ ਕਿ ਪਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ, ਇਹ ਆਪ ਹੀ ਹੈ ਸਾਰੇ ਬ੍ਰਹਮ। ਉਸ ਤੋਂ ਬਾਅਦ ਦਾ ਉਹ ਸਵਈਆ ਤੇ ਕਬਿਤ ਉਹ ਆਪਾਂ ਗੁਰਮੁਖੋ ਕੱਲ ਵੀ ਪੜ੍ਹ ਲਿਆ ਸੀ, ਪਰ ਸਮਾਪਤੀ ਤੇ ਥੋੜਾ ਜਿਹਾ ਸੰਖੇਪ ਹੀ ਅਰਥ ਕੀਤੇ, ਉਹਦੇ ਹੋਰ ਥੋੜੇ ਜਿਹੇ ਭਾਵ ਅਰਥ ਚੰਗੀ ਤਰ੍ਹਾਂ ਉਹਨੂੰ ਸਮਝ ਆ ਸਕੇ। ਉੱਥੋਂ ਹੀ ਆਪਾਂ ਹੁਣ ਸ਼ਬਦ ਤੋਂ ਬਾਅਦ ਸ਼ੁਰੂ ਕਰਦੇ ਹਾਂ। ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ੍ਰੀ ਗੁਰੂ ਨਾਨਕ ਜੀ ਤਬ ਹੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਮੁਖ ਚੰਦਹ ਤੇ ਸੁਧ ਬੈਨ ਉਚਾਰੇ। ਆਪਣੇ ਭਾਈ ਚੰਦਰਮਾ ਵਖ ਜਿਹੜਾ ਚੰਦਰਮਾ ਵਰਗਾ ਸੋਹਣਾ ਸੁੰਦਰ ਮੁਖੜਾ ਹੈ, ਪਵਿੱਤਰ ਮੁਖ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਸੁਧ ਬੈਨ ਅੰਮ੍ਰਿਤਮਈ ਬਚਨ ਇਹ ਉਚਾਰਨ ਕੀਤੇ। ਹਮ ਪੂਜਕ ਹੈ ਇੱਕ ਹੀ ਨਿਰੰਕਾਰ, ਕਿ ਭਾਈ ਅਸੀਂ ਇੱਕ ਨਿਰੰਕਾਰ ਦੇ ਪੂਜਕ ਹਾਂ, ਬਿਨਾ ਉਸ ਕੇ ਨਹੀਂ ਇਸ਼ਟ ਹਮਾਰੇ। ਉਹ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਸਾਡਾ ਇਸ਼ਟ ਨਹੀਂ ਹੈ। ਤਹਿ ਕੋ ਜਹ ਮੰਤਰ ਸੋ ਪੂਜ ਅਤੀ। ਹਾਂ ਉਸੇ ਦਾ ਹੀ ਕਹਿੰਦੇ ਹੁਣੇ ਭਾਈ ਮਹਾਮੰਤਰ ਹੈ ਜਿਹੜਾ ਅਸੀਂ ਮਹਾਰਾਜ ਨੇ ਫਿਰ ਉਹ ਲਿਖਿਆ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ। ਕਹਿੰਦੇ ਉਸੇ ਨਿਰਾਕਾਰ ਬ੍ਰਹਮ ਦਾ ਹੀ ਜੋ ਇਸ਼ਟ ਹੈ ਸਾਡਾ, ਉਸੇ ਦਾ ਹੀ ਮੰਤਰ ਹੈ ਜੋ ਅਤੀ ਪੂਜਣ ਯੋਗ ਹੈ। ਇਸ ਹੀ ਤੇ ਲਹੋ ਸਭ ਕਾਜ ਸੁਧਾਰੇ। ਇਸੇ ਤੋਂ ਹੀ ਸਾਰਾ ਜੋ ਵਿਆਹ ਕਾਰਜ ਹੈ ਉਹ ਸੁਧਾਰਨਾ, ਭਾਵ ਇਸੇ ਨਾਲ ਹੀ ਸਾਰਾ ਜਿਹੜਾ ਕਾਰਜ ਹੈ ਉਹ ਕਰਨਾ ਹੈ। ਵਿਆਹੋ ਸੋ ਆਨੰਦ ਨਾਮ ਇਸੇ ਸਭ। ਉਸ ਸਮੇਂ ਮਹਾਰਾਜ ਨੇ ਹੁਕਮ ਕਰਤਾ ਵੀ ਭਾਈ ਵਿਆਹ ਹੋਵੇ, ਆਨੰਦ ਖੁਸ਼ੀ ਆਨੰਦ ਕਾਰਜ ਸਾਰੇ ਭਾਈ ਇਸੇ ਹੀ ਮਹਾਮੰਤਰ ਦੇ ਨਾਲ। ਸਿੱਖ ਕਰੈ ਜਗ ਹੋਏ ਸੁਖਾਰੇ। ਸਾਰੇ ਗੁਰ ਸਿੱਖ ਕਰਨ ਤੇ ਜਗਤ ਦੇ ਵਿੱਚ ਸੁਖਾਲੇ ਹੋਣਗੇ। ਇਹ ਭਾਵ ਇਹ ਦੱਸਿਆ ਵੀ ਅਸੀਂ ਕਿਵੇਂ ਕਿਵੇਂ ਫਿਰ 10 ਰੂਪਾਂ 'ਚ ਕਰਨਾ ਕਾਰਜ। ਵੀ ਹੁਣ ਜਿਹੜੇ ਗੁਰਸਿੱਖ ਨੇ ਉਹ ਇਸੇ ਤਰ੍ਹਾਂ ਹੀ ਜਿਹੜਾ ਵਿਆਹ ਕਾਰਜ ਹੈ ਅੱਗ ਦੇ ਦੁਆਲੇ ਜਿਹੜੇ ਆ 7 ਫੇਰੇ ਨਹੀਂ ਲੈਣੇ। ਇਹ ਸ਼ਬਦ ਮਹਾਮੰਤਰ ਦੇ ਦੁਆਲੇ 4 ਪ੍ਰਕਰਮਾਂ ਕਰਨੀਆਂ ਨੇ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖ ਕਰਨ ਤੇ ਜਗਤ ਵਿੱਚ ਭਾਈ ਜੋ ਸੁਖਾਲੇ ਸੁਖੀ ਰਹਿਣਗੇ। ਕਬਿਤ ਦੂਜੋ ਰੂਪ ਧਾਰ ਹੈ ਬਰਨ ਕੋ ਬਿਥਾਰ ਹੈ। ਹਾਂ ਫਿਰ ਅਸੀਂ ਜਦੋਂ ਦੂਜਾ ਰੂਪ ਧਾਰਾਂਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ, ਉਦੋਂ ਮਹਾਰਾਜ ਕਹਿੰਦੇ ਅਸੀਂ ਬਰਨ ਕੋ ਬਿਥਾਰ ਹੈ। ਬਰਨ ਹੈ ਇੱਥੇ ਅਰਥ ਬਣ ਜਾਂਦਾ ਹੈ। ਬਰਨ ਦੇ ਕਈ ਅਰਥ ਨੇ।
ਜਿਵੇਂ 4 ਵਰਨ ਹੋ ਗਏ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਫਿਰ ਵਰਨ ਬਚਨਾਂ ਨੂੰ ਵੀ ਕਹਿੰਦੇ ਆ, ਵਰਨ ਤਰ੍ਹਾਂ ਤਰ੍ਹਾਂ ਦੇ ਰੰਗਾਂ ਨੂੰ ਵੀ। ਇੱਥੇ ਵਰਨ ਦਾ ਅਰਥ ਹੈ ਸ਼ਬਦ, ਅੱਖਰ। ਦੂਜੋ ਰੂਪ ਧਾਰ ਹੈ, ਵਰਨ ਕੋ ਬਥਾਰ ਹੈ। ਵੀ ਜਦੋਂ ਦੂਸਰਾ ਰੂਪ ਧਾਰਾਂਗੇ ਗੁਰੂ ਅੰਗਦ ਦੇ ਮਹਾਰਾਜ ਦੇ ਰੂਪ ਵਿੱਚ, ਉਦੋਂ ਅਸੀਂ ਇਹਨਾਂ ਗੁਰਮੁਖੀ ਅੱਖਰਾਂ ਦਾ ਵਿਸਥਾਰ ਕਰਨਾ ਹੈ। ਗੁਣੋ ਰੂਪ ਧਾਰ ਹੈ, ਆਨੰਦ ਕੋ ਚਾਰ ਹੈ। ਗੁਣੋ ਰੂਪ, ਗੁਣ ਰੂਪ ਧਾਰਾਂਗੇ, ਇਹ ਵੀ ਵਿਦਵਤ ਹੈ। ਇੱਥੇ ਗੁਣੋਂ ਦਾ ਅਰਥ ਹੈ ਤੀਜਾ, 3। ਭਾਵ ਜਿਵੇਂ 3 ਗੁਣ ਨੇ ਨਾ, ਰਜੋ, ਤਮੋ ਤੇ ਸਤੋ, ਇਹ ਗਿਣਤੀ ਹੈ। ਗੁਣੋ ਰੂਪ ਧਾਰਨਾ ਭਾਵ ਤੀਜਾ ਰੂਪ ਜਦੋਂ ਧਾਰਾਂਗੇ, ਆਨੰਦ ਕੋ ਉਚਾਰ ਹੈ। ਉਸ ਸਮੇਂ ਅਸੀਂ ਆਨੰਦ ਬਾਣੀ ਉਚਾਰਾਂਗੇ। ਵੇਦ ਰੂਪ ਧਾਰ ਹੈ, ਸੋ 4 ਲਾਵਾਂ ਕਾਰ ਹੈ। ਫਿਰ ਕਹਿੰਦੇ ਵੇਦ ਰੂਪ ਧਾਰਾਂਗੇ। ਵੇਦ ਨੇ 4, ਇਹ ਵੀ ਗਿਣਤੀ ਰੂਪ ਹੈ। ਭਾਵ ਜਦੋਂ ਚੌਥਾ ਰੂਪ ਧਾਰਾਂਗੇ ਗੁਰੂ ਰਾਮਦਾਸ ਮਹਾਰਾਜ ਰੂਪ ਵਿੱਚ, ਸੋ 4 ਲਾਵਾਂ ਕਾਰ ਹੈ। ਉਦੋਂ ਫਿਰ ਅਸੀਂ 4 ਲਾਵਾਂ ਉਚਾਰਨ ਕਰਾਂਗੇ। ਤਤ ਰੂਪ ਧਾਰ ਹੈ, ਗ੍ਰੰਥ ਪ੍ਰਚਾਰ ਹੈ। ਫਿਰ ਅਸੀਂ ਜਦੋਂ ਤਤ ਰੂਪ ਧਾਰਾਂਗੇ, ਤਤ ਨੇ 5, ਹਵਾ, ਪਾਣੀ, ਜੋ ਇਤਿਆਦਿਕ 5 ਤੱਤ ਹੈ। ਤੇ ਇੱਥੇ ਤੱਤ ਤੋਂ ਭਾਵ ਗਿਣਤੀ ਕਰ ਲੈਣੀ ਹੈ 5। ਤਤ ਰੂਪ ਧਾਰੇ ਭਾਵ ਜਦੋਂ 5ਵਾਂ ਰੂਪ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਵਿੱਚ ਧਾਰਾਂਗੇ, ਗ੍ਰੰਥ ਪ੍ਰਚਾਰ ਹੈ। ਉਦੋਂ ਫਿਰ ਸਾਰੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰਕੇ ਇਉਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਪ੍ਰਚਾਰ ਹੋਵੇਗਾ। ਰਸੋ ਰੂਪ ਧਾਰ ਹੈ, ਸੋ ਤੇਗ ਗਰੇ ਧਾਰ ਹੈ। ਫਿਰ ਕਹਿੰਦੇ ਅਸੀਂ ਰਸੋ ਰੂਪ ਧਾਰਾਂਗੇ। ਰਸ ਨੇ ਜਿਵੇਂ ਅੰਨ ਪਾਣੀ ਆਪਾਂ ਛਕਦੇ ਆਂ, ਇਹਨੂੰ 6 ਤਰ੍ਹਾਂ ਦਾ ਰਸ ਲਿਖਿਆ ਹੈ। ਖੱਟ ਰਸ ਆਉਂਦਾ ਨਾ, ਖੱਟ ਦਾ ਅਰਥ 6 ਹੈ। ਭਾਵ ਰਸੋ ਰੂਪ ਧਾਰ ਹੈ। ਜਦੋਂ 6ਵਾਂ ਰੂਪ ਧਾਰਾਂਗੇ, ਸੋ ਤੇਗ ਗਰੇ ਧਾਰ ਹੈ। ਉਸ ਸਮੇਂ ਭਾਈ ਅਸੀਂ ਤਲਵਾਰ ਗਲ ਵਿੱਚ ਪਾਵਾਂਗੇ। ਰੂਪ ਵਾਰ ਧਾਰ ਹੈ, ਨਥਾਵੇ ਥਾਵਕਾਰ ਹੈ। ਫਿਰ ਕਹਿੰਦੇ ਅਸੀਂ ਰੂਪ ਵਾਰ ਧਾਰ ਹੈ। ਵਾਰ ਵਾਲਾ ਰੂਪ, ਵਾਰ ਹੁੰਦੇ ਨੇ 7, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ 7 ਵਾਰ ਹੋ ਗਏ ਨਾ। ਰੂਪ ਵਾਰ ਭਾਵ 7ਵਾਂ ਰੂਪ ਜਦੋਂ ਧਾਰਾਂਗੇ, ਨਥਾਵੇ ਥਾਵਕਾਰ ਹੈ। ਨਥਾਵਿਆਂ ਨੂੰ ਵੀ ਥਾਂ ਦੇਵਾਂਗੇ। ਜਿਹੜੇ ਗੁਰਮੁਖੋ ਕਾਲੇ ਕੇ ਇਹ ਸਿੱਧੂ ਜਿਹੜੇ ਟੱਪਰੀ ਵਾਸਾਂ ਨੂੰ ਫਿਰਦੇ ਸੀ, ਕੋਈ ਥਾਂ ਨਹੀਂ ਸੀ। ਮਹਾਰਾਜ ਨੇ ਕਿੱਡੀ ਕਿਰਪਾ ਕੀਤੀ, ਮਾਲਵੇ ਦੇ ਰਾਜੇ ਬਣ ਗਏ। ਫਿਰ ਸਮਾਂ ਪਾ ਕੇ ਰਿਆਸਤਾਂ ਦੇ ਮਾਲਕ ਬਣ ਗਏ। ਉਹ ਇਹ ਕਿਰਪਾ ਹੋਈ ਨਾ। ਨਥਾਵੇ ਥਾਵਕਾਰ, ਉਸ ਸਮੇਂ ਨਥਾਵਿਆਂ ਨੂੰ ਵੀ ਥਾਂ ਦੇਵਾਂਗੇ। ਵਸੂ ਗ੍ਰਹਿ ਧਾਰ ਹੈ, ਸੋ ਭਾਰ ਹਿੰਦ ਢਾਰ ਹੈ। ਫਿਰ ਕਹਿੰਦੇ ਵਸੂ, ਜਿਹੜੇ ਵਸੂ ਦਾ ਅਰਥ ਹੈ ਤੇ 8, ਵਸੂ 8 ਨੇ। ਸੂਰਜ ਹੈ, ਚੰਦਰਮਾ ਹੈ, ਧਰਵ ਹੈ, ਇੰਦਰ ਹੈ, ਧਰਤੀ ਹੈ, ਜਲ, ਵਾਯੂ ਤੇ ਅਗਨੀ। ਇਸ ਤਰ੍ਹਾਂ ਹੀ 8 ਗਿਣੇ, ਇਹਨਾਂ ਨੂੰ ਵਸੂ ਕਹਿੰਦੇ ਨੇ। ਤੇ ਇਹ ਜਦੋਂ 8ਵਾਂ ਸਰੂਪ ਧਾਰਾਂਗੇ, ਉਦੋਂ ਅਸੀਂ ਦੀਨ ਦੁਖੀਆਂ ਦਾ ਭਲਾ ਕਰਾਂਗੇ। ਗ੍ਰਹਿ ਧਾਰ ਹੈ ਤੇ ਨਾਲ ਹੀ ਕਹਿਤਾ ਗ੍ਰਹਿ 9 ਨੇ। ਇਹ 9ਵਾਂ ਰੂਪ ਧਾਰਾਂਗੇ, ਸੋ ਭਾਰ ਹਿੰਦ ਟਾਰ ਹੈ। ਫਿਰ ਹਿੰਦ ਦਾ ਭਾਰ ਪਾਪਾਂ ਦਾ ਜਿਹੜਾ ਬਹੁਤ ਵੱਧ ਜਾਂਦਾ ਹਿੰਦ ਵਾਸੀਆਂ ਤੇ, ਜ਼ੁਲਮ ਔਰੰਗਜ਼ੇਬ ਦੇ, ਉਹ ਅਸੀਂ ਕਹਿੰਦੇ ਭਾਈ ਟਾਲਾਂਗੇ। 10ਵੇਂ ਸਰੂਪ ਮਾਹੀ ਕੇਸੋਂ ਵਾਰੇ ਕਾਰ ਹੈ। ਤੇ 10ਵੇਂ ਸਰੂਪ ਦੇ ਵਿੱਚ ਇਉਂ ਜਿਹੜਾ ਕੇਸਾ ਧਾਰੀ ਖਾਲਸਾ ਸਾਜਣਾ ਇਹ ਕਾਰ ਹੋਵੇਗੀ। ਦੋਹਰਾ ਆਸ ਕਹਿ ਸ੍ਰੀ ਸਤ ਗੁਰ ਤਬੈ, ਕਲਮ ਸਿਆਹੀ ਮੰਗਵਾਏ। ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਕਲਮ ਸਿਆਹੀ ਮੰਗਵਾਈ ਹੈ।
ਕਾਗਦ ਕਰ ਮੈਂ ਧਾਰ ਕੈ, ਲਿਖਿਓ ਐਸ ਸੁਖ ਦਾਈ। ਹੱਥ ਵਿੱਚ ਕਾਗਜ਼ ਲੈ ਕਰਕੇ ਫਿਰ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਅੱਗੇ ਇਉਂ ਲਿਖਿਆ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇਹਦੇ ਅਰਥ ਵੀ ਆਪ ਜੀ ਨੇ ਪਹਿਲਾਂ ਵੀ ਸਰਵਣ ਕਰ ਲਏ। ਜੋ ਇੱਕ ਹੈ ਅਦਵੈਤ ਸਰੂਪ ਬ੍ਰਹਮ ਪਰਮੇਸ਼ਰ ਓੰਕਾਰ, ਜੋ ਸਭ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਨਾਮਣੇ ਵਾਲਾ ਪ੍ਰਸਿੱਧ ਹੈ, ਕਰਤਾ ਪੁਰਖ, ਸਾਰੀ ਕੁਦਰਤ ਸ੍ਰਿਸ਼ਟੀ ਕਾਇਨਾਤ ਦਾ ਕਰਤਾ ਪੁਰਖ ਸਾਰੀ ਕੁਦਰਤ ਵਿੱਚ ਰਵਿਆ ਹੋਇਆ ਹੈ। ਨਿਰਭਉ, ਡਰ ਤੋਂ ਰਹਿਤ ਹੈ, ਨਿਰਵੈਰ, ਵੈਰ ਤੋਂ ਰਹਿਤ ਹੈ, ਅਕਾਲ ਮੂਰਤ, ਉਹਦੀ ਜਿਹੜੀ ਮੂਰਤੀ ਹੈ ਸਮੇਂ ਦੀ ਹੱਦ ਤੋਂ ਬਾਅਦ ਹੈ, ਬਾਹਰ ਹੈ, ਭਾਵ ਉਹਦੀ ਹੋਂਦ ਹਸਤੀ ਤੇ ਕਾਲ ਦੇ ਅਧੀਨ ਨਹੀਂ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਨੂੰ ਕੋਈ ਮਾਂ-ਬਾਪ ਦੁਆਰਾ ਪੈਦਾ ਨਹੀਂ ਹੁੰਦਾ। ਨਿਰਾਕਾਰ ਬ੍ਰਹਮ, ਸੈਭੰ ਸੁਤੇ ਪ੍ਰਕਾਸ਼ ਹੈ। ਗੁਰ, ਉਹ ਚੇਤਨ ਸਰੂਪ ਹੈ। ਪ੍ਰਸਾਦ, ਉਹ ਆਨੰਦ ਸਰੂਪ ਹੈ, ਕਿਰਪਾ ਸਰੂਪ ਹੈ। ਗੁਰ ਵੱਡਾ ਹੈ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਹੀ ਮਹਾਮੰਤਰ ਮਹਾਰਾਜ ਨੇ ਲਿਖਣਾ ਕੀਤਾ ਦੋਹਰਾ। ਆਸ ਲਿਖ ਚੌਂਕੀ ਪਰ ਧਰਿਓ, ਲੀਨ ਪ੍ਰਕਰਮਾ ਚਾਰ। ਇਸ ਤਰ੍ਹਾਂ ਭਾਈ ਲਿਖ ਕਰਕੇ ਕਾਗਜ਼ ਤੇ ਸੋਹਣੀ ਸੁੰਦਰ ਚੌਂਕੀ ਮੰਗਾ ਕੇ, ਚੌਂਕੀ ਦੇ ਉੱਤੇ ਉਹ ਪਵਿੱਤਰ ਕਾਗਜ਼ ਫਿਰ ਜਿਹਦੇ ਤੇ ਗੁਰਬਾਣੀ ਲਿਖੀ ਗਈ ਉਹ ਧਰ ਦਿੱਤਾ ਤੇ ਚਾਰ ਪ੍ਰਕਰਮਿਆਂ ਲਈਆਂ ਹਨ। ਗਹਿ ਆਗਹਿ ਸਤਿਗੁਰੂ, ਮੂਲੇ ਪਾਛ ਕੁਮਾਰ। ਆਗਹਿ ਸਤਿਗੁਰੂ, ਮੂਲੇ ਪਾਛ ਕੁਮਾਰ। ਤੇ ਪ੍ਰਕਰਮਾਂ ਦੇ ਵਿੱਚ ਅੱਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲੇ ਪਾਛ ਕੁਮਾਰ, ਕਹਿੰਦੇ ਪਿੱਛੇ ਮੂਲੇ ਦੀ ਕੁਮਾਰੀ, ਭਾਵ ਮੂਲ ਚੰਦ ਜੀ ਦੀ ਪੁੱਤਰੀ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਹੈ, ਉਹ ਪਿੱਛੇ ਹਨ। ਚਾਰ ਪ੍ਰਕਰਮਾਂ ਲਈਆਂ ਹਨ। ਪੰਡਤ ਜੀ ਹਰਦਿਆਲ ਭੀ, ਯਾ ਗੁਰ ਮੰਤਰ ਸਾਰ। ਪੰਡਤ ਹਰਦਿਆਲ ਜੀ ਵੀ ਕਿਉਂ ਗੁਰਾਂ ਦੀ ਗੁਰ ਮੰਤਰ ਸਾਰ। ਇੱਥੇ ਗੁਰ ਮੰਤਰ ਦਾ ਅਰਥ ਹੈ ਗੁਰੂ ਦੇ ਮੰਤਰ, ਗੁਰੂ ਉਪਦੇਸ਼ ਦੁਆਰਾ, ਗੁਰੂ ਜੀ ਦੀ ਸਲਾਹ ਦੇ ਮੁਤਾਬਕ। ਪਰ ਕਰਮਾ ਚਾਰੋਂ ਬਿਖੈ, ਪਰਿਓ ਬੇਰ ਸ਼ੁਭ ਚਾਰ। ਇਹ ਚਾਰੋਂ ਪ੍ਰਕਰਮਾਂ ਜਦੋਂ ਮਹਾਰਾਜ ਕਰ ਰਹੇ ਆ ਤੇ ਪੰਡਤ ਹਰਦਿਆਲ ਜੀ ਚਾਰੇ ਵਾਰੀ, ਜਿਵੇਂ ਹੁਣ ਆਪਾਂ ਲਾਵਾਂ ਉਚਾਰਨ ਕਰਦੇ ਆ ਤੇ ਫਿਰ ਪ੍ਰਕਰਮਿਆਂ ਦੇ ਨਾਲ ਵੀ ਕੀਰਤਨ ਰੂਪ ਵਿੱਚ ਗਾਈਆਂ ਜਾਂਦੀਆਂ ਨੇ, ਚਾਹੇ ਨਾਲ ਸੰਗਤ ਪੜ੍ਹੀ ਜਾਵੇ। ਇਸ ਤਰ੍ਹਾਂ ਉਸ ਸਮੇਂ ਫਿਰ ਪੰਡਤ ਹਰਦਿਆਲ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖਿਓ ਗੁਰ ਪ੍ਰਸਾਦ ਤੱਕ ਨਾਲ ਭਾਈ ਸ਼ੁਭ ਚਾਰ ਵਾਰੀ ਪੜ੍ਹਦੇ ਹਨ। ਸੋਰਠਾ ਸੰਬਤ ਬਿੰਸਤ ਮਾਹੇ, ਵਿਆਹੇ ਆਨੰਦ ਗੁਰ ਕੋ ਭਇਓ। ਸੰਬਤ ਬਿੰਸਤ ਮਾਹੇ, ਭਾਵ ਬਿੰਸਤ ਕਹੀਏ 20 ਸਾਲ ਵਿੱਚ, ਭਾਵ ਮਹਾਰਾਜ ਨੂੰ 20ਵਾਂ ਸਾਲ ਸੀ। 20ਵੇਂ ਸਾਲ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਭਾਈ ਵਿਆਹ ਆਨੰਦ ਕਾਰਜ ਹੋਏ ਹਨ। ਬਸੇ ਤੀਨ ਨਿਸਯਾਹੇ, ਮੂਲਾ ਦੇ ਬਹੁਦਾਨ ਕੋ। ਤੇ 3 ਰਾਤਾਂ ਫਿਰ ਉੱਥੇ ਰਹੇ ਨੇ। ਪਹਿਲਾਂ ਬਰਾਤਾਂ ਰਹਿ ਪੈਂਦੇ ਸਨ। ਜੋ ਮੂਲਾ ਚੌਣਾ ਮਾਤਾ ਸੁਲੱਖਣੀ ਦੇ ਪਿਤਾ ਜੀ, ਉਹ ਭਾਈ ਬਹੁਤ ਲੋਕਾਂ ਨੂੰ ਦਾਨ ਕੀਤਾ ਹੈ। ਪੁਨ ਗਮਨੇ ਪੁਰ ਓਰਲੇ, ਡੋਰਾ ਸ੍ਰੀ ਗੁਰ ਭਲੇ। ਫਿਰ ਭਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਲੀ ਪ੍ਰਕਾਰ ਡੋਲਾ ਲੈ ਕਰਕੇ ਆਪਣੇ ਨਗਰ ਨੂੰ ਚੱਲੇ ਹਨ।
ਬਾਜਨ ਕੋ ਬਹੁ ਸ਼ੋਰ ਤਲਵੰਡੀ ਨਰ ਧੁਨ ਸੁਨੀ। ਤੇ ਬਾਜਿਆਂ ਦਾ ਬਹੁਤ ਸ਼ੋਰ ਹੋਇਆ, ਤਲਵੰਡੀ ਦੇ ਲੋਕਾਂ ਨੇ ਇਹ ਭਾਈ ਧੁਨੀ ਜਿਹੜੀ ਹੈ ਆਵਾਜ਼ ਸੁਣੀ ਹੈ। ਚੌਪਈ ਆਸ ਪ੍ਰਕਾਰ ਪੁਰ ਨਿਕਟ ਬਰਾਤਾ। ਇਸ ਤਰ੍ਹਾਂ ਜਿਹੜੀ ਬਰਾਤ ਹੈ ਤਲਵੰਡੀ ਨਗਰ ਦੇ ਨੇੜੇ, ਪਰਵਸੀ ਦਵਾਰ ਪ੍ਰਕਾਰ ਸੁਹਾਤਾ। ਤੇ ਉਹ ਭਾਈ ਪਰਵਸੀ ਜਿਹੜਾ ਦਰਵਾਜ਼ਾ ਹੈ, ਭਾਵ ਉਹਦੇ ਲਾਗੇ ਭਲੀ ਪ੍ਰਕਾਰ ਪ੍ਰਵੇਸ਼ ਹੋ ਗਏ, ਭਾਵ ਲੋਕ ਵੀ ਇਕੱਠੇ ਹੋ ਗਏ ਹਨ। ਜਹਾਂ ਚੌਂਕ ਹੈ ਚਾਰ ਬਜ਼ਾਰੂ। ਜਿੱਥੇ ਭਾਈ ਬਾਜ਼ਾਰ ਦਾ ਸੋਹਣਾ ਚੌਂਕ ਹੈ, ਤਹਿ ਮਹਿ ਗਮਨੇ ਹਰਖ ਅਪਾਰੂ। ਉੱਥੇ ਭਾਈ ਗੁਰੂ ਮਹਾਰਾਜ ਜੀ ਬਹੁਤ ਖੁਸ਼ੀ ਨਾਲ ਸਾਰੇ ਹੋਰ ਵੀ ਲੋਕ ਇਕੱਠੇ ਹੋ ਗਏ। ਧਨ ਵਾਰਤ ਬਰਖਾ ਵਤ ਵਾਰੀ। ਤੇ ਧਨ ਜਿਹੜੇ ਹੈ ਬਰਖਾ ਵਾਂਗੂ ਵਾਰ ਰਹੇ ਹਨ। ਕਰਹਿ ਸੋ ਜਸ ਜਹ ਕਹਿ ਨਰ ਨਾਰੀ। ਜੋ ਜਿੱਥੇ ਕਿਤੇ ਵੀ ਮਾਈ ਭਾਈ ਸ੍ਰੇਸ਼ਟ ਜਸ ਕਹਿੰਦੇ ਹਨ। ਨਿਜ ਨਕੇਤ ਕੇ ਨਿਕਟ ਹੈ ਆਏ। ਫਿਰ ਆਪਣੇ ਘਰ ਦੇ ਨੇੜੇ ਆ ਗਏ ਹਨ। ਅਨਕ ਭਾਂਤ ਕੇ ਹੋਤ ਵਧਾਏ। ਅਨੇਕਾਂ ਤਰ੍ਹਾਂ ਦੀਆਂ ਵਧਾਈਆਂ ਹੋ ਰਹੀਆਂ ਨੇ। ਭਾ ਤ੍ਰਿਪਤਾ ਔਰ ਹਰਖ ਕਨੇਰਾ। ਮਾਤਾ ਤ੍ਰਿਪਤਾ ਜੀ ਵੀ ਬਹੁਤ ਜ਼ਿਆਦੇ ਅੰਦਰੋਂ ਹਿਰਦੇ ਤੋਂ ਖੁਸ਼ ਨੇ। ਸਹਿਤ ਸੁਨੂਖਾ ਸੁਤ ਕੋ ਹੇਰਾ। ਸੁਨੂਖਾ ਨਾਮ ਨੂੰਹ ਹੈ, ਭਾਵ ਸਹਿਤ ਨੂੰਹ ਦੇ ਆਪਣੇ ਜਦੋਂ ਪੁੱਤਰ ਨੂੰ ਵੇਖਿਆ ਹੈ। ਕਰਹਿ ਨਿਛਾਵਰ ਦਰਬ ਅਪਾਰਾ। ਬਹੁਤ ਮਾਇਆ ਜਿਹੜੀ ਧਨ ਨਿਛਾਵਰ ਕਰਦੀ ਹੈ। ਵਾਰਹਿ ਵਾਰ 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 ਵਾਰਾ। ਇਉਂ ਭਾਈ ਸ੍ਰੇਸ਼ਟ ਵਰ ਦੇ ਉੱਤੋਂ ਵਾਰ-ਵਾਰ ਮਾਇਆ ਨੂੰ ਵਾਰਦੀ ਹੈ। ਜੇ ਕੁਲ ਰੀਤ ਸ਼ਗਨ ਬਹੁ ਕਰਹੀ। ਜਿਹੜੇ ਕੁਲ ਰੀਤੀ ਦੇ ਸ਼ਗਨ ਨੇ ਉਹ ਬਹੁਤ ਕਰਦੀ ਹੈ। ਹਉ ਬਲਹਾਰੀ ਬੈਨੂ ਚਰਹੀ। ਕਹਿੰਦੇ ਬਲਿਹਾਰੀ, ਹਉ ਮੈਂ ਬਲਿਹਾਰ ਜਾਵਾਂ। ਬਾਰ-ਬਾਰ ਇਹ ਬੈਨ ਇਹ ਬੋਲ ਬਚਨ ਬੋਲਦੀ ਹੈ। ਭਇਓ ਸਪੂਤ ਨਕੇਤ ਹਮਾਰੇ। ਕਿ ਸਾਡੇ ਘਰ ਵਿੱਚ ਬਹੁਤ ਸ੍ਰੇਸ਼ਟ ਪੁੱਤਰ ਹੋਇਆ। ਬਿੰਸਤ ਏਕ ਜਾਸ ਕੁਲ ਤਾਰੇ। ਬਿੰਸਤ ਕਹੀਏ 20 ਇੱਕ ਇੱਕ, ਜਿਹਨੇ ਸਾਡੀਆਂ ਤੇ 21 ਕੁੱਲਾਂ ਤਾਰ ਦਿੱਤੀਆਂ ਹਨ। ਮਿਲੀ ਸੁਲੱਖਣੀ ਪੁਨ ਨਿਜ ਸਾਸੂ। ਫਿਰ ਭਾਈ ਮਾਤਾ ਸੁਲੱਖਣੀ ਜੀ ਆਪਣੇ ਸਾਸ ਸੱਸ ਮਾਤਾ ਤ੍ਰਿਪਤਾ ਜੀ ਨੂੰ ਮਿਲੇ ਹਨ। ਧਰੇ ਉਚਰਨ ਪਰ ਮਸਤਕ ਆਸੂ। ਤੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਔਰ ਨੂੰ ਮਾਤਾ ਸੁਲੱਖਣੀ ਜੀ ਨੇ ਮਾਤਾ ਤ੍ਰਿਪਤਾ ਦੇ ਚਰਨਾਂ ਉੱਤੇ ਆਪਣਾ ਮਸਤਕ ਆਸੂ ਛੇਤੀ ਰੱਖਿਆ ਹੈ। ਆਸਕ ਦੀਨੀ ਲੀਨੀ ਅੰਕਾ। ਅਸੀਸਾਂ ਦਿੱਤੀਆਂ ਮਾਤਾ ਤ੍ਰਿਪਤਾ ਨੇ ਬੁੱਕਲ ਵਿੱਚ ਲਏ। ਹਰਖ ਬਲੋਕਿਓ ਬਦਨ ਮਿਅੰਕਾ। ਚੰਦਰਮਾ ਵਰਗਾ ਮੁਖੜਾ ਵੇਖ ਕੇ ਖੁਸ਼ੀ ਨਾਲ ਉਹ ਮੁਖ ਵੇਖਦੀ ਹੈ। ਬੇਦੀ ਕੁਲ ਕੀ ਮਿਲੀ ਬਧੂਟੀ। ਬਧੂਟੀ ਕਹੀਏ ਜਿਹੜੀਆਂ ਭਾਈ ਇਸਤਰੀਆਂ ਬੇਦੀ ਕੁਲ ਦੀਆਂ ਉਹ ਮਿਲੀਆਂ ਹਨ। ਦੇਖ ਦੇਖ ਮੁਖ ਸੁਖ ਜਨ ਲੂਟੀ। ਮੁਖ ਵੇਖ ਵੇਖ ਕੇ ਮਾਤਾ ਸੁਲੱਖਣੀ ਦਾ ਜਾਨੋ ਸਾਰੇ ਸੁੱਖ ਹੀ ਲੁੱਟ ਰਹੀਆਂ ਹਨ। ਨਿਕਟੇ ਤ੍ਰਿਪਤਾਂ ਦੇਤ ਵਧਾਈ। ਤੇ ਨੇੜੇ ਹੀ ਫਿਰ ਮਾਤਾ ਤ੍ਰਿਪਤਾ ਨੂੰ ਸਭ ਵਧਾਈਆਂ ਦਿੰਦੀਆਂ ਹਨ। ਲੇਤ ਹਰ ਖੁਜੋਤੇ ਅੰਗ ਨਮਾਈ। ਖੁਸ਼ੀ ਨਾਲ ਵਧਾਈਆਂ ਕਬੂਲ ਕਰਦੀ ਮਾਤਾ ਤ੍ਰਿਪਤਾ ਖੁਸ਼ੀ ਭਾਈ ਸਰੀਰ ਵਿੱਚ ਨਹੀਂ ਸਮਾਉਂਦੀ ਹੈ। ਨਿਕਸ ਸਦਨ ਦੁੱਖ ਕਦਨ ਬਹੋਰੀ। ਫੇਰ ਭਾਈ ਘਰ ਸਦਨ, ਘਰ ਵਿੱਚੋਂ ਨਿਕਲ ਕੇ ਦੁੱਖਾਂ ਦੇ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ
ਮਿਲੇ ਸਭਨ ਕਰ ਪ੍ਰੀਤ ਨ ਥੋਰੀ। ਸਾਰਿਆਂ ਨੂੰ ਮਿਲੇ ਹਨ, ਥੋੜੀ ਪ੍ਰੀਤ ਨਹੀਂ ਕੀਤੀ, ਬਹੁਤ ਪ੍ਰੇਮ ਨਾ ਮਿਲੇ ਹਨ। ਸੁਣ ਕਰ ਰਾਏ ਬੁਲਾਰ ਚੱਲ ਆਇਓ। ਤੇ ਇਹ ਸੁਣ ਕੇ ਰਾਏ ਬੁਲਾਰ ਵੀ ਚੱਲ ਕੇ ਆ ਗਿਆ ਹੈ। ਸ੍ਰੀ ਗੁਰ ਚਰਨਨ ਸੀਸ ਨਿਵਾਇਓ। ਉਹਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਦਰਸ ਪਿਆਸ ਦਿਨ ਬਿਤੇ ਨ ਥੋਰੇ। ਇਹਦੇ ਦਰਸ਼ਨਾਂ ਦੀ ਬਹੁਤ ਪਿਆਸਾ ਰਾਏ ਬੁਲਾਰ। ਉਹਦੇ ਦਿਨ ਜਿਹੜੇ ਐ ਉਹ ਕੋਈ ਥੋੜੇ ਨਹੀਂ ਸੀ ਲੰਘੇ, ਬਹੁਤ ਦਿਨਾਂ ਬਾਅਦ ਦਰਸ਼ਨ ਹੋਏ। ਜਨ ਪੀਵਤ ਕੀਏ ਨੈਣ ਕਟੋਰੇ। ਇਉਂ ਉਹ ਤਾਂ ਜਿਵੇਂ ਕਟੋਰੇ ਭਰ ਭਰ ਕੇ ਕੋਈ ਅੰਮ੍ਰਿਤ ਪੀਂਦਾ ਹੈ ਨਾ, ਮਹਾਰਾਜ ਦੇ ਦਰਸ਼ਨਾਂ ਨੂੰ ਆਪਣੇ ਅੱਖਾਂ ਦੇ ਕਟੋਰਿਆਂ ਨਾਲ ਹੀ ਜਾਣੋ ਭਰ ਭਰ ਕੇ ਅੰਮ੍ਰਿਤ ਦਰਸ਼ਨ ਪੀ ਰਿਹਾ ਹੈ। ਪੰਡਤ ਪਾਂਦਾ ਵੈਦ ਮੁਲਾਨਾ। ਇਹ ਪੰਡਤ ਹਰਦਿਆਲ ਦੀ ਆ ਗਏ, ਪਾਂਦਾ ਜਿਹੜਾ ਗੋਪਾਲ ਉਹ ਵੀ ਆ ਗਿਆ, ਤੇ ਵੈਦ ਹਰਦਾਸ ਵੀ ਆ ਗਿਆ, ਔਰ ਦੇਵਦੱਤ ਪੰਡਤ ਵੀ ਆ ਗਿਆ। ਮੁਲਾਨਾ ਜਿਹੜਾ ਹੈ, ਜੋ ਮੁੱਲਾ ਹੈ ਕੁਤਬਦੀਨ, ਉਹ ਵੀ ਪਹੁੰਚ ਗਿਆ ਹੈ। ਚੱਲ ਆਏ ਜਹ ਥੇ ਗਤ ਦਾਨਾ। ਉਹ ਚੱਲ ਕੇ ਆ ਗਏ ਜਿੱਥੇ ਮੁਕਤੀ ਦਾਤਾ ਸਤਿਗੁਰੂ ਹਨ। ਮਿਲਨ ਹੇਤ ਮਨ ਸੰਗ ਮੰਗਾ। ਮਿਲਣ ਵਾਸਤੇ ਉਹਨਾਂ ਦੇ ਮਨ ਵਿੱਚ ਬਹੁਤ ਉਤਸ਼ਾਹ ਹੈ। ਜਿਨ ਕੋ ਚੜਿਓ ਰੰਗ ਸਤ ਸੰਗਾ। ਜਿਨ੍ਹਾਂ ਨੂੰ ਭਾਈ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਐਸਾ ਉਪਦੇਸ਼ ਦਿੱਤਾ ਕਿ ਉਹਨਾਂ ਨੂੰ ਵੀ ਸਤਸੰਗ ਦਾ ਰੰਗ ਚੜਿਆ ਹੋਇਆ ਹੈ। ਜਬ ਹੈ ਬਲੋਕਿਓ ਕਾਲੂ ਨੰਦਨ। ਜਦੋਂ ਹੀ ਉਹਨਾਂ ਨੇ ਬਾਬਾ ਕਾਲੂ ਜੀ ਦੇ ਪੁੱਤਰ ਧੰਨ ਗੁਰੂ ਪਾਤਸ਼ਾਹ ਨੂੰ ਵੇਖਿਆ, ਧਾਏ ਕਰੀ ਜੁਗ ਪਦ ਪਰ ਬੰਦਨ, ਤਾਂ ਭੱਜ ਕੇ ਆ ਕੇ ਸਤਿਗੁਰਾਂ ਦੇ ਦੋਵੇਂ ਚਰਨਾਂ ਪਰ ਇਹਨਾਂ ਸਾਰਿਆਂ ਨੇ ਬੰਦਨਾ ਕੀਤੀ ਹੈ। ਕਮਲ ਨੈਣ ਸਨਮਾਨ ਬਿਠਾਏ। ਹੁਣ ਸਤਿਕਾਰ ਵਾਲੇ ਨੇ ਫਿਰ ਵੀ, ਇਸ ਕਰਕੇ ਭਾਈ ਕਮਲ ਨੈਣ, ਕਮਲ ਵਾਲੇ ਨੇਤਰਾਂ ਵਾਲੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਨਮਾਨ ਨਾਲ ਬਿਠਾਇਆ ਹੈ। ਕੁਸਲ ਭੂਜਨੇ ਬੈਨ ਸੁਨਾਏ। ਸੁਖ ਸ਼ਾਂਤ ਪੁੱਛਣ ਵਾਸਤੇ ਫਿਰ ਬਚਨ ਕਹੇ ਹਨ। ਮੁਕਤ ਦਾਨ ਲੈ ਸਦਨ ਸਿਧਾਏ। ਤੇ ਉਹ ਮੁਕਤੀ ਦਾ ਦਾਨ ਲੈ ਕਰਕੇ ਆਪਣੇ ਘਰ ਨੂੰ ਗਏ। ਜਿਨ ਮਨ ਭਗਤ ਵਿਖੈ ਸੁਖ ਪਾਏ। ਜਿਨ੍ਹਾਂ ਨੇ ਮਨ ਵਿੱਚ ਭਾਈ ਭਗਤੀ ਦੇ ਵਿੱਚ ਮਨ ਲਾ ਕੇ ਸੁਖ ਪਾਇਆ। ਮਿਲੇ ਆਨ ਪੁਨ ਬਾਲ ਸਖਾਈ। ਫਿਰ ਮਹਾਰਾਜ ਨੂੰ ਜਿਹੜੇ ਬਾਲ ਸਖਾਈ ਸਨ, ਬਚਪਨ ਤੋਂ ਪ੍ਰੇਮ ਵਾਲੇ ਮਿੱਤਰਤਾ ਵਾਲੇ, ਉਹ ਮਿਲੇ ਹਨ। ਕਹਿਤ ਪਰਸ ਪਰ ਅਧਿਕ ਵਡਾਈ। ਇੱਕ ਦੂਸਰੇ ਦੀ ਬਹੁਤ ਮਹਿਮਾ ਕਹਿੰਦੇ ਨੇ। ਯਾ ਬਿਦ ਲੀਲਾ ਸ੍ਰੀ ਜਗਨਾਥਾ। ਇਸ ਤਰ੍ਹਾਂ ਭਾਈਏ ਕੌਤਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਗਤ ਦੇ ਮਾਲਕ ਨੇ। ਕੀਨੀ ਤਲਵੰਡੀ ਸੁਖ ਸਾਥਾ। ਤੋ ਇਹ ਤਲਵੰਡੀ ਦੇ ਵਿੱਚ ਸੁੱਖਾਂ ਸਹਿਤ ਇਹ ਕੌਤਕ ਕੀਤੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਤੋ ਇੱਥੇ ਤੱਕ ਭਾਈਏ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪ੍ਰਥਮ ਮਹੱਲੇ, ਪਹਿਲੇ ਮਹੱਲੇ ਦਾ ਆਨੰਦ ਵਿਵਾਹ ਪ੍ਰਸੰਗ ਵਰਣਨੰ। ਜੋ ਆਨੰਦ ਵਿਆਹ ਦਾ ਪ੍ਰਸੰਗ ਹੈ ਉਹ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈਏ ਵਰਣਨ ਕੀਤਾ। ਨਾਮ ਚਤੁਰਦਸਮੋ ਮੰਦਰ ਹੈ, ਤੇ ਚਤੁਰਦਸਮੋ ਭਾਵ 14ਵਾਂ ਮੰਦਰ, 14ਵੇਂ ਘਰ ਦੇ ਪ੍ਰਸੰਗ ਕਹਿ ਦਿੱਤੇ ਹਨ। ਦੋਹਰਾ ਅੱਗੇ ਹੁਣ 15ਵੇਂ ਘਰ ਦੇ ਪ੍ਰਸੰਗ ਕਹਿ ਰਹੇ। ਵਿਆਹੇ ਸ੍ਰੀ ਸਤਿਗੁਰੂ ਕਾ ਜਥਾ ਜੋਗ ਭਾਸੋਏ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਇਸ ਤਰ੍ਹਾਂ ਵਿਆਹ ਜੋ ਜਥਾ ਜੋਗ ਸੰਤਰੇਣ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਹੈ ਹੋਇਆ ਹੈ। ਤਲਵੰਡੀ ਨਨਕਾਣ ਜਸ ਸੁਨੋ ਕਥਾ ਅਬ ਸੋਏ। ਤੋ ਇਹ ਤਲਵੰਡੀ
ਇਹ ਨਨਕਾਣਾ ਸਾਹਿਬ ਜਿਸ ਨੂੰ ਕਹਿਣ ਲੱਗੇ, ਇਹ ਜਸ ਕਥਾ ਅੱਗੇ ਭਾਈ ਸਰਵਣ ਕਰੋ ਜਿਵੇਂ ਹੋਇਆ। ਚੌਪਈ ਰਹਿਣ ਲੱਗੇ ਗਤ ਦਾ ਤਲਵੰਡੀ, ਮੁਕਤੀ ਦਾ ਤੇ ਸਤਿਗੁਰੂ ਤਲਵੰਡੀ ਰਹਿਣ ਲੱਗੇ। ਜਿਨ ਕੀ ਕੀਰਤ ਘਰ ਘਰ ਮੰਡੀ, ਜਿਨ੍ਹਾਂ ਦੀ ਮਹਿਮਾ ਕੀਰਤੀ ਘਰ ਘਰ ਵਿੱਚ ਫੈਲੀ ਹੈ। ਕਾਤਕ ਸ਼ੁਭ ਪੁੰਨਿਆਰੀ ਨੀਅਰਾਈ, ਕਾਤਕ ਸ਼ੁਭ ਪੁੰਨਿਆ ਨੀਅਰਾਈ। ਹੁਣ ਕਾਤਕ ਦੀ ਜਿਹੜੀ ਪੁੰਨਿਆ ਹੈ, ਕਾਤਕ ਸੁਦੀ ਪੂਰਨਮਾਸ਼ੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਪੁਰਬ ਦਾ, ਉਹ ਆ ਗਿਆ ਨੇੜੇ। ਸਭ ਹਨ ਕੇ ਮਨ ਆਨੰਦ ਪਾਈ, ਸਾਰਿਆਂ ਦੇ ਮਨ ਵਿੱਚ ਆਨੰਦ ਹੋਇਆ। ਕਹਿ ਮਾਤਾ ਸੁਤ ਭੋਦਨ ਆਇਓ, ਮਾਤਾ ਤ੍ਰਿਪਤਾ ਜੀ ਬਾਬਾ ਕਾਲੂ ਜੀ ਨੂੰ ਕਹਿਣ ਲੱਗੀ ਵੀ ਪੁੱਤਰ ਦਾ ਜਿਹੜਾ ਹੈ ਅਵਤਾਰ ਦਿਨ ਆਇਆ ਹੈ। ਹੇ ਪਤ ਵਰੇ ਗੰਢ ਮਨ ਵਾਇਓ, ਹੇ ਪਤੀ ਵੇ ਵਰੇ ਗੰਢ ਦਾ ਦਿਨ ਇਹ ਮਨਾਈਏ। ਤਾ ਦਿਨ ਉਤਸਵ ਕਰੋ ਮਹਾਨਾ, ਉਹ ਦਿਨ ਤੇ ਕਾਤਕ ਸੁਦੀ ਪੁੰਨਿਆ ਨੂੰ ਵੱਡਾ ਉਤਸਵ ਕਰੋ। ਮਨ ਇੱਛਤ ਦੇਹੋ ਰੰਕਨ ਦਾਨਾ, ਜਿਹੜੇ ਗਰੀਬ ਹਨ ਰੰਕ ਉਹਨਾਂ ਨੂੰ ਮਨ ਇੱਛਤ ਦਾਨ ਦੇਵੋ। ਬਾਬੇ ਕਾਲੂ ਕੀਨ ਤਿਆਰੀ, ਬਾਬਾ ਕਾਲੂ ਜੀ ਨੇ ਤਿਆਰੀਆਂ ਕਰ ਲਈਆਂ ਹਨ। ਕਹਿ ਉਤਸਵ ਕਰ ਹੈ ਬਹੁ ਭਾਰੀ, ਇਉਂ ਕਹਿ ਕੇ ਬਹੁਤ ਵੱਡਾ ਉਤਸਵ ਕੀਤਾ ਹੈ। ਘ੍ਰਿਤ ਮਿਸ਼ਟਾਨ ਚੂਨ ਬਹੁ ਲਿਆਏ, ਘਿਓ ਮਿੱਠਾ ਤੇ ਆਟਾ ਬਹੁਤ ਲਿਆਏ ਹਨ। ਯੱਗ ਕਰਨ ਕੋ ਮੇਲਾ ਲਾਏ, ਵੱਡਾ ਜੱਗ ਲੰਗਰ ਲਾਉਣ ਦੇ ਵਾਸਤੇ ਮੇਲਾ ਲਾਇਆ ਹੈ। ਜਨਮ ਸਥਲ ਗੁਰੂ ਨਾਨਕ ਕੇਰਾ, ਜੋ ਜਨਮ ਸਥਾਨ ਹੈ, ਜਨਮ ਸਥਾਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਸਥਲ। ਰਾਏ ਬਨਾਇਓ ਮਹਿਲ ਚੰਗੇਰਾ, ਰਾਏ ਬੁਲਾਰ ਨੇ ਸੇਵਾ ਕਰਕੇ ਉਸੋਂ ਬਹੁਤ ਸੋਹਣਾ ਮਹਾਰਾਜ ਦਾ ਘਰ ਮਹਿਲ ਬਣਾਇਆ। ਹਰ ਮੰਦਰ ਸੋ ਨਾਮ ਕਹਾਇਓ, ਉਸ ਦਾ ਨਾਮ ਹਰਮੰਦਰ ਕਹਾਇਆ ਹੈ। ਤਿਆਰ ਭਇਓ ਨ੍ਰਿਪ ਭਲਾ ਮਨਾਇਓ, ਉਹ ਤਿਆਰ ਹੋਇਆ ਤੇ ਰਾਜੇ ਨੇ ਬਹੁਤ ਖੁਸ਼ੀ ਭਲਾ ਮਨਾਇਆ ਹੈ। ਮੰਦਰ ਔ ਬਾਜ਼ਾਰ ਸਜਵਾਏ, ਫਿਰ ਘਰ ਮੰਦਰ ਵੀ ਤੇ ਬਾਜ਼ਾਰ ਵੀ ਸਾਰੇ ਸਜਵਾਏ ਹਨ, ਸਜਾਏ ਗਏ। ਬਹੁ ਦਿਸ ਤੇ ਨਰ ਦੇਖਣ ਆਏ, ਵੱਡਾ ਮੇਲਾ ਲੱਗਿਆ ਹੈ ਤਲਵੰਡੀ ਵਿੱਚ। ਬਹੁਤ ਪਾਸਿਆਂ ਤੋਂ ਲੋਕ ਵੇਖਣ ਵਾਸਤੇ ਆਏ। ਸੁਲਤਾਨਪੁਰੇ ਨਰ ਪਠ ਮੰਗਵਾਏ, ਫਿਰ ਸੁਲਤਾਨਪੁਰੇ ਵੀ ਇੱਕ ਆਦਮੀ ਭੇਜਿਆ। ਇੱਥੋਂ ਵੀ ਸਾਰਿਆਂ ਨੂੰ ਬੇਬੇ ਨਾਨਕੀ, ਭਾਈਆ ਜੈ ਰਾਮ, ਪਰਮਾਨੰਦ ਜੀ ਹੋਰ ਸਾਰੇ ਭਾਈਏ ਮੰਗਵਾ ਲਏ। ਨਾਨੇ ਨਾਨੀ ਮਾਮੇ ਆਏ, ਨਾਨਾ ਬਾਬਾ ਰਾਮਾ ਜੀ, ਨਾਨੀ ਮਾਤਾ ਭਰਾਈ ਜੀ, ਮਾਮਾ ਕ੍ਰਿਸ਼ਨਾ ਜੀ ਸਾਰੇ ਆਏ ਹਨ। ਜਬ ਪੁੰਨਿਆ ਕਾ ਦਿਨ ਸ਼ੁਭ ਆਇਓ, ਤੇ ਜਦੋਂ ਭਾਈ ਹੁਣ ਪੁੰਨਿਆ ਦਾ ਸ਼ੁਭ ਦਿਨ ਆਇਆ ਹੈ। ਸੰਮਤ 1 ਤਬ ਥਾਇਓ, ਉਦੋਂ ਫਿਰ ਸੰਮਤ 1 20 ਤੇ 1 21 ਹੋ ਗਿਆ ਹੈ। 21ਵਾਂ ਸਾਲ ਹੈ ਸਤਿਗੁਰਾਂ ਨੂੰ। ਰਾਏ ਸਲਕ ਤੋਪਨ ਕਰਵਾਈ, ਤੇ ਜਿਹੜਾ ਰਾਏ ਬੁਲਾ ਰਿਹਾ ਉਹਨਾਂ ਨੇ ਤੋਪਾਂ ਦੀ ਉਹਨੇ ਸਲਕ ਕਰਵਾਈ, ਭਾਵ ਇਕੱਠੀਆਂ ਜਿਹੜੀਆਂ ਨੇ ਰਾਈਫਲਾਂ ਤੋਪਾਂ ਚਲਾਉਣੀਆਂ। ਗੁਰ ਮੰਦਰ ਮੈਂ ਵੱਜੀ ਵਧਾਈ, ਗੁਰੂ ਘਰ ਦੇ ਵਿੱਚ ਵਧਾਈਆਂ ਵੱਜੀਆਂ ਹਨ। ਸ੍ਰੀ ਗੁਰ ਜਨਮ ਸਥਲ ਨਿਜ ਬੈਸੇ, ਮਹਾਰਾਜ ਆਪਣੇ ਜਨਮ ਸਥਾਨ ਤੇ ਬੈਠੇ ਹਨ। ਸੁਰਪੁਰ ਮਾਨੋ ਵਿਸ਼ਨੂੰ ਜੈਸੇ, ਜਿਵੇਂ ਭਾਈ ਸਵਰਗਾਂ ਵਿੱਚ ਮਾਨੋ ਵਿਸ਼ਨੂੰ ਬੈਠਾ ਹੈ। ਸ੍ਰੀ ਹਰਿ ਦਿਆਲ ਪਰੋਧਾ ਆਇਓ, ਤੋ ਪੰਡਤ ਹਰਦਿਆਲ ਜਿਹੜਾ ਹੈ ਪ੍ਰੋਹਤ ਉਹ ਆ ਗਿਆ।
ਪਾਂਦਾ ਵੈਦ ਸਭੈ ਨਿਕਟਾਇਓ। ਗੋਪਾਲ ਪਾਂਦਾ ਹਰਦਾਸ ਵੈਦ ਕੀ ਹੋਰ ਸਾਰੇ ਆ ਗਏ ਨੇੜੇ। ਕਹਿ ਹਰਦਿਆਲ ਸੁਨੋ ਜਜਮਾਨ। ਪੰਡਤ ਹਰਦਿਆਲ ਜੀ ਕਹਿਣ ਲੱਗੇ, ਹੇ ਜਜਮਾਨ ਸੁਣੋ, ਦਛਣਾ ਦੇਵੋ ਆਪਣਾ ਨਾਮ। ਵੀ ਹੇ ਪਾਤਸ਼ਾਹ ਜੀ, ਸਾਨੂੰ ਹੁਣ ਦਛਣਾ ਦੇਵੋ, ਪਰ ਦਛਣਾ ਚ ਮੰਗਿਆ ਕੀ, ਕਿਰਪਾ ਕਰਕੇ ਆਪਣਾ ਨਾਮ ਬਖਸ਼ਿਸ਼ ਕਰੋ। ਹੇ ਗੁਰ ਪਰਮ ਬ੍ਰਹਮ ਪੌਰਾਤਨ। ਹੇ ਗੁਰੂ ਪਾਤਸ਼ਾਹ ਜੀ, ਤੁਸੀਂ ਮਹਾਨ ਜੋ ਆਦਿ ਪੁਰਖ ਬ੍ਰਹਮ ਸਰੂਪ ਹੋ, ਪਰਮ ਪਰਾਵਰ ਨਾਥ ਸਨਾਥਨ। ਤੇ ਸਾਰਿਆਂ ਤੋਂ ਮਹਾਨ ਹੋ, ਵੱਡੇ ਹੋ, ਪਰਮ ਪਰਾਵਰ ਨਾਥ ਸਨਾਥਨ। ਤੁਸੀਂ ਅਨਾਥਿਆਂ ਦੇ ਵੀ ਸਹਿਤ ਨਾਥ ਹੋ, ਭਾਵ ਸਾਰਿਆਂ ਨੂੰ ਤੁਸੀਂ ਮਹਾਰਾਜ ਜੀ ਨਾਥਾਂ ਦਾ ਵੀ ਵੱਡਾ ਨਾਥ, ਵੱਡੇ ਮੁੱਢ ਸਰੂਪ, ਵੱਡੇ ਤੋਂ ਵੱਡੇ ਹੋ। ਇਸ ਤਰ੍ਹਾਂ ਅਨਾਥਾਂ ਨੂੰ ਵੀ ਦੇ ਨਾਥ, ਜਿਹੜੇ ਨਾਥ ਮਾਲਕ ਨੇ ਤੁਸੀਂ ਉਹਨਾਂ ਦੇ ਵੀ ਵੱਡੇ ਮਾਲਕ ਹੋ। ਇਸ ਤਰ੍ਹਾਂ ਦੇ ਬਚਨ ਜਿਹੜੇ ਹਨ ਉਹ ਕਹੇ ਹਨ ਕਿ ਸਤਿਗੁਰੂ ਕਿਰਪਾ ਕਰੋ। ਹੋਇ ਸੱਚ ਅਹਿ ਸੱਚ ਦਾ ਆਨੰਦ ਮੁਕੰਦਾ। ਤੁਸੀਂ ਫਿਰ ਮਹਾਰਾਜ ਜੀ ਸੱਚ ਦਾ ਆਨੰਦ, ਇਕੱਠਾ ਸ਼ਬਦ ਹੈ, ਸਤ ਚਿੱਤ ਆਨੰਦ, ਇਹ ਬਣ ਗਿਆ ਸੱਚ ਦਾ ਆਨੰਦ। ਮਹਾਰਾਜ ਜੀ ਆਪ ਹੀ ਸੱਚ ਸਰੂਪ, ਸਤ ਚਿੱਤ ਸਭ ਦੇ ਅੰਤਰ ਦੀ ਜਾਣਨ ਵਾਲੇ ਆਨੰਦ ਸਰੂਪ, ਮੁਕੰਦਾ ਮੁਕਤੀ ਦਾਤੇ। ਤਵ ਲੀਲਾ ਭਗਤਨ ਸੁਖ ਕੰਦਾ। ਤੇ ਤੁਹਾਡੀਆਂ ਜਿਹੜੇ ਕੌਤਕ ਲੀਲਾ ਹਨ ਉਹ ਭਗਤਾਂ ਨੂੰ ਸੁੱਖ ਦੇਣ ਵਾਲੇ ਸੁੱਖਾਂ ਦਾ ਮੂਲ ਨੇ। ਬ੍ਰਿਧ ਬੈਸ ਮੁਰ ਭਾ ਬਲਹੀਨਾ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਪੰਡਤ ਹਰਦਿਆਲ ਕਹਿੰਦਾ, ਹੁਣ ਮੇਰੀ ਜਿਹੜੀ ਉਮਰ ਬਹੁਤ ਬਜ਼ੁਰਗ ਹੋ ਗਈ, ਮੈਂ ਬੁੱਢਾ ਹੋ ਗਿਆ ਔਰ ਬਲਹੀਣਾ, ਬਹੁਤ ਕਮਜ਼ੋਰ ਹਾਂ। ਆਬਦੀ ਜੈ ਮੁਝ ਮੋਖ ਪ੍ਰਬੀਨਾ। ਹੇ ਸਤਿਗੁਰੂ ਪ੍ਰਵੀਨ ਪਾਤਸ਼ਾਹ, ਪ੍ਰਵੀਨ ਦਾ ਅਰਥ ਹੈ ਸਿਆਣੇ, ਕਿਰਪਾ ਕਰੋ ਮਹਾਰਾਜ ਜੀ, ਤੁਸੀਂ ਹੁਣ ਮੈਨੂੰ ਮੁਕਤੀ ਦਾਤ ਬਖਸ਼ ਦਿਓ। ਭਗਤ ਮਿਲੀ ਬਾਣੀ ਸੁਨ ਕਾਨਾ। ਤੋਏ ਭਗਤੀ ਸਹਿਤ ਮਿਲੀ ਹੋਈ ਬਾਣੀ ਬੋਲ ਬੇਨਤੀ ਸੁਣ ਕੇ ਆਪਣੇ ਕੰਨੀ ਹੱਸ ਬੋਲੇ ਸ੍ਰੀ ਕਿਰਪਾ ਨਿਧਾਨਾ। ਤੋ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਕੇ ਬੋਲੇ ਹਨ। ਧੰਨ ਬਿਪਰ ਧੰਨ ਬੁੱਧ ਤੁਮਾਰੀ। ਕਿ ਧੰਨ ਹੈ ਹੇ ਬ੍ਰਾਹਮਣ, ਧੰਨ ਹੈ ਭਾਈ ਤੇਰੀ ਬੁੱਧੀ। ਧੰਨ ਹਉਮੈ ਕੀ ਸੁਰਤ ਵਿਸਾਰੀ। ਜੋ ਤੂੰ ਆਪਣੇ ਤਨ ਦੀ ਹਉਮੈ ਦੀ ਜਿਹੜੀ ਸੁਰਤੀ ਹੈ, ਉਹ ਭਾਵ ਤਨ ਹਉਮੈ ਦੂਰ ਕਰ ਦਿੱਤੀ ਹੈ। ਕਿੰਚਤ ਰਹਿ ਗਈ ਬੈਸ ਸਰੀਰਾ। ਹੁਣ ਤੁਹਾਡੇ ਸਰੀਰ ਦੀ ਜਿਹੜੀ ਉਮਰ ਹੈ ਉਹ ਥੋੜੀ ਰਹਿ ਗਈ ਹੈ। ਪੁਨ ਪਦ ਰੂਰ ਪਾਹੋ ਮਤ ਧੀਰਾ। ਫਿਰ ਤੁਸੀਂ ਸੁੰਦਰ ਪਦ ਜਿਹੜਾ ਹੈ, ਰੂਰ ਕਹੀਏ ਜਿਹੜਾ ਬਹੁਤ ਹੀ ਸੋਹਣਾ ਸੁੰਦਰ ਜਿਹੜਾ ਹੈ, ਪੁਨ ਪਦ ਰੂਰ ਪਾਹੋ ਮਤ ਧੀਰਾ। ਇੱਥੇ ਅਰਥ ਕਰਨ ਵਾਲੇ ਨੇ ਸੁੰਦਰ ਚਰਨ ਪੈਣਾ ਕਹਿੰਦਾ। ਇਹ ਮਹਾਰਾਜ ਕਹਿਣ ਲੱਗੇ ਵੀ ਤੂੰ ਫਿਰ ਜਿਹੜਾ ਸੁੰਦਰ ਪਦ ਹੈ, ਚੌਥਾ ਪਦ ਪਰਮੇਸ਼ਰ ਨਾਲ ਪ੍ਰਾਪਤੀ ਹੈ, ਧੀਰਜ ਬੱਤ ਵਾਲੇ ਇਉਂ ਪਾ ਲਵੇਂਗਾ। ਜਿਉਂ ਮਾਲਾ ਗਜ ਤਜੈ ਅਸੋਕੂ। ਜਿਵੇਂ ਗਲ ਵਿੱਚ ਪਾਈ ਹੋਈ ਮਾਲਾ ਹਾਥੀ ਸੌਖਾ ਹੀ ਦੁੱਖ ਤੋਂ ਸੋਗ ਤੋਂ ਰਹਿਤ ਭਾਵ ਖੁਸ਼ੀ ਨਾਲ ਹੀ ਆਪਣੇ ਸੁੰਡ ਨਾਲ ਹੀ ਲਾਹ ਕੇ ਰੱਖ ਦਿੰਦਾ ਹੈ, ਇਸ ਤਰ੍ਹਾਂ ਤਿਉ ਤਨ ਤਜ ਗਮ ਨਹਿ ਪਰਲੋਕੂ। ਉਸੇ ਤਰ੍ਹਾਂ ਤੁਸੀਂ ਸਰੀਰ ਛੱਡ ਕਰਕੇ ਪਰਲੋਕ ਨੂੰ ਗਮਨ ਹੋ ਜਾਵੋਗੇ। ਅਸ ਕੀ ਕਿਰਪਾ ਦ੍ਰਿਸ਼ਟ ਕਰ ਹੇਰਾ। ਐਸਾ ਕਹਿ ਕੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਆਤਮ ਗਿਆਨ ਦੀਨ ਬਿਨ ਬੇਰਾ। ਬਿਨਾਂ ਦੇਰੀ ਤੋਂ ਆਤਮਿਕ ਗਿਆਨ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਹੈ। ਲਖ ਸਵਰੂਪ ਦਿਜ ਆਨੰਦ ਪਾਇਓ। ਤੇ ਮਹਾਰਾਜ ਨੇ ਇਸ ਤਰ੍ਹਾਂ
ਉਹ ਸਵਰੂਪ ਨੂੰ ਵੇਖ ਕਰਕੇ ਪੰਡਤ ਨੇ ਆਨੰਦ ਪਾਇਆ ਹੈ। ਮਨੋ ਰੰਕ ਕਰ ਪਾਰਸ ਆਇਓ, ਵੀ ਮਾਨੋ ਇੱਕ ਰੰਕ ਦੇ ਹੱਥ ਵਿੱਚ ਪਾਰਸ ਆ ਗਿਆ ਹੋਵੇ, ਨੂੰ ਐਸੀ ਖੁਸ਼ੀ ਮਿਲਦੀ ਹੈ। ਬਾਹਰੋ ਵੈਦ ਪਾਂਦਾ ਯਾਰ ਪੰਡਤ, ਫਿਰ ਵੈਦ ਹਰਦਾਸ, ਗੋਪਾਲ ਪੰਡਾ ਤੇ ਦੇਵਦੱਤ ਪੰਡਤ, ਲੈ ਚਰਨਾਮ੍ਰਿਤ ਕਲਮਲ ਖੰਡਤ। ਉਹਨਾਂ ਨੇ ਮਹਾਰਾਜ ਦੇ ਚਰਨਾਮ੍ਰਿਤ ਲਿਆ ਹੈ ਤੇ ਜਿਹੜੇ ਪਾਪ ਹਨ, ਕਲਮਲ ਦੁੱਖ ਸਾਰੇ ਉਹਨਾਂ ਨੂੰ ਭਾਈ ਖੰਡਤ ਕੀਤਾ ਹੈ। ਕਲਮਲ ਜਿਹੜਾ ਹੈ, ਕਲਮਲ ਦੇ ਅਰਥ ਪਾਪ ਨੇ, ਖੰਡਤ ਦਾ ਅਰਥ ਹੈ ਖੰਡਤ ਕਰਨਾ, ਦੂਰ ਕਰਨਾ। ਇਹ ਕਿਰਪਾ ਹੋਈ ਕਈ ਸਿੱਖ ਵਡ ਭਾਗੀ ਜੋਏ, ਹੋਰ ਵੀ ਕਈ ਸਿੱਖ ਜਿਹੜੇ ਵੱਡੇ ਭਾਗਾਂ ਵਾਲੇ, ਲੈ ਉਪਦੇਸ਼ ਮੁਕਤ ਸੋ ਹੋਏ, ਉਹ ਵੀ ਉਪਦੇਸ਼ ਲੈ ਕੇ ਮੁਕਤ ਹੋਏ ਹਨ। ਹਾਥ ਬੰਦ ਤਬ ਰਾਏ ਬੁਲਾਰਾ, ਫਿਰ ਰਾਏ ਬੁਲਾਰ ਹੱਥ ਜੋੜੇ ਨੇ, ਪਰਮ ਲਾਭ ਮੁਝ ਦਰਸ ਤੁਮਾਰਾ। ਰਾਏ ਬੁਲਾਰ ਕਹਿੰਦਾ ਮਹਾਰਾਜ ਮੈਨੂੰ ਵੀ ਤੁਹਾਡੇ ਦਰਸ਼ਨ ਕਰਕੇ ਬਹੁਤ ਵੱਡਾ ਲਾਭ ਮਿਲਿਆ ਹੈ। ਗਿਆਨ ਸਰੋਮਣ ਕਿਰਪਾ ਨਿਧਾਨਾ, ਇਹ ਗਿਆਨ ਦੇ ਸ਼੍ਰੋਮਣੀ ਕਿਰਪਾ ਦੇ ਖਜ਼ਾਨੇ। ਕਲਾਵਾਨ ਕਲ ਬਿਨ ਗੁਣ ਖਾਨਾ, ਇਹ ਕਲਯੁਗ ਦੇ ਵਿੱਚ ਮਹਾਨ ਕਲਾਵਾਨ ਸ਼ਕਤੀ ਵਾਲੇ ਸਤਿਗੁਰੂ ਜੀ, ਤੁਸੀਂ ਤਾਂ ਗੁਣਾਂ ਦੀ ਖਾਣ। ਮਹਾਰਾਜ ਮੈਂ ਗੁਣ ਖਾਨਾ, ਬਿਨ ਗੁਣ ਖਾਨਾ, ਮੈਂ ਗੁਣਾਂ ਤੋਂ ਹੀਣਾ ਹਾਂ। ਫਸਿਓ ਰਹਿਤ ਮੈਂ ਜਗਤ ਕਲੇਸ਼ੂ, ਮੈਂ ਤਾਂ ਮਹਾਰਾਜ ਆ ਜਗਤ ਦੇ ਕਲੇਸ਼ਾਂ 'ਚ ਕਦੇ ਕੋਈ ਦੁਖੀ ਆ ਗਿਆ, ਮੇਰਾ ਕਰੋ ਜੀ ਫੈਸਲਾ, ਕਦੇ ਕੋਈ ਆ ਗਿਆ, ਮੈਂ ਤਾਂ ਇਹ ਜਗਤ ਦੇ ਕਲੇਸ਼ਾਂ ਵਿੱਚ ਫਸਿਆ ਹੋਇਆ। ਰਾਵਰ ਕੀ ਲਾਲਸ ਉਪਦੇਸ਼ੂ, ਮਹਾਰਾਜ ਮੈਨੂੰ ਤੁਹਾਡੇ ਉਪਦੇਸ਼ ਦੀ ਲਾਲਸਾ ਚਾਹਨਾ ਹੈ। ਕਰਤ ਨ ਕਿਉ ਮੁਝ ਲਖੇ ਅਧਿਕਾਰੀ, ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਕਿਉਂ ਨਹੀਂ ਤੁਸੀਂ ਉਪਦੇਸ਼ ਦਿੰਦੇ। ਕਦਨੋ ਬੰਧਨ ਸ਼ਰਨ ਤੁਮਾਰੀ, ਮਹਾਰਾਜ ਜੀ ਮੈਂ ਤੁਹਾਡੀ ਸ਼ਰਨ, ਬੰਧਨਾਂ ਦੇ ਨੂੰ ਕੱਟਣ ਵਾਲੇ ਸਤਿਗੁਰੂ ਜੀ, ਕਦਨੋ ਬੰਧਨ, ਬੰਧਨਾਂ ਨੂੰ ਕੱਟਣ ਵਾਲੇ ਮਾਲਕ ਤੁਹਾਡੀ ਸ਼ਰਨ ਆਇਆ ਹਾਂ। ਸੁਣ ਬੋਲੇ ਸ੍ਰੀ ਪੰਕਜ ਬਦਨਾ, ਇਹ ਸੁਣ ਕੇ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਮਲ ਮੁਖ ਤੋਂ ਕਹਿਣ ਲੱਗੇ, ਸਿਮਰੋ ਸਤਿਨਾਮ ਸੁਖ ਸਦਨਾ। ਹੇ ਰਾਏ ਬੁਲਾਰ, ਸਤਨਾਮ ਦਾ ਸਿਮਰਨ ਕਰ ਜੋ ਸੁੱਖਾਂ ਦਾ ਘਰ ਹੈ। ਲੱਗਿਓ ਹਮਾਉ ਪੰਖ ਜਿਉ ਸੰਗਾ, ਸਤਨਾਮ ਨਾਮ ਦੀ ਮਹਿਮਾ ਇਹ ਹੈ ਮਹਾਰਾਜ ਕਹਿੰਦੇ, ਜਿਵੇਂ ਹਮਾਉ ਪੰਛੀ ਜਿਹੜਾ ਹੈ ਉਸ ਦੇ ਨਾਲ ਜੇ ਤੀਰ ਲੱਗ ਜੇ, ਭਾਵ ਜਿਹੜੇ ਤੀਰ ਨਾਲ ਹਮਾਉ ਪੰਛੀ ਦਾ ਖੰਭ ਲਾ ਦਈਏ। ਜਬ ਛੂਟੈ ਧਨ ਤੇ ਸੋ ਖਤੰਗਾ, ਤੇ ਜਦੋਂ ਖਤੰਗਾ ਉਹ ਤੀਰ ਧਨਖ ਤੋਂ ਛੁੱਟਦਾ ਹੈ। ਪਰ ਕੇ ਬਲ ਪਰ ਹੋਤ ਉਡਾਊ, ਉਹ ਪਰ ਦਾ ਅਰਥ ਹੈ ਖੰਭ, ਖੰਭ ਦੀ ਤਾਕਤ ਨਾਲ ਹੀ ਉੱਪਰ ਨੂੰ ਉੱਡ ਜਾਂਦਾ ਹੈ। ਪਹੁੰਚੈ ਸੋ ਜਿਹੇ ਦੇਸ਼ ਹਮਾਊ, ਤੇ ਜਿਹੜਾ ਹਮਾਊ ਪੰਛੀ ਦਾ, ਅਨਲ ਪੰਛੀ ਦਾ ਦੇਸ਼ ਹੈ ਆਕਾਸ਼ਾਂ ਵਿੱਚ, ਦੇਖੋ ਖੰਭ ਉਹ ਤੀਰ ਨੂੰ ਉੱਥੇ ਲੈ ਜਾਂਦਾ, ਉਹ ਤੀਰ ਖੰਭ ਦੇ ਬਲ ਨਾਲ ਉੱਥੇ ਪਹੁੰਚ ਜਾਂਦਾ ਹੈ। ਬਹੁਰ ਨ ਆਏ ਪਰੈ ਕਬ ਧਰਨੀ, ਤੇ ਉਹ ਧਰਤੀ ਦੀ ਜਿਹੜੀ ਖਿੱਚ ਹੈ, ਗ੍ਰੈਵਿਟੀ ਹੈ, ਖਿੱਚਣ ਸ਼ਕਤੀ, ਉਹ ਤੋਂ ਉੱਪਰ ਹੋ ਜਾਂਦਾ ਹੈ, ਮੁੜ ਕੇ ਫਿਰ ਉਹ ਧਰਤੀ ਤੇ ਨਹੀਂ ਆਉਂਦਾ ਹੈ। ਤੈਸੀ ਰੀਤ ਨਾਮ ਕੀ ਬਰਨੀ, ਇਸੇ ਤਰ੍ਹਾਂ ਹੀ ਨਾਮ ਦੀ ਰੀਤੀ ਹੈ, ਭਾਵ ਵੀ ਨਾਮ ਕੋ ਦੇਖੋ ਹਮਾਊ ਪੰਛੀ ਦਾ ਖੰਭ ਉਹ ਤੀਰ ਨਾਲ ਲੱਗ ਗਿਆ ਤੇ ਉਹ ਆਪਣੇ ਦੇਸ਼ ਲੈ ਗਿਆ ਤੀਰ ਨੂੰ, ਕਿਉਂਕਿ ਉਹਦੀ ਪਹੁੰਚ ਜਿੱਥੇ ਤੱਕ ਸੀ ਉੱਥੇ ਤੱਕ ਲੈ ਗਿਆ। ਮਹਾਰਾਜ ਕਹਿੰਦੇ ਰਾਏ ਬੁਲਾਰ ਜੋ ਨਾਮ ਹੈ ਇਹ ਪਰਮੇਸ਼ਰ ਦਾ ਸੱਚਖੰਡ ਚੋਂ ਆਇਆ ਸਤਨਾਮ, ਇਸ ਕਰਕੇ ਜਿਹੜਾ ਨਾਮ ਨਾਲ ਜੁੜ ਜਾਊਗਾ, ਨਾਮ ਦੀ ਤਾਕਤ ਫਿਰ ਸੱਚਖੰਡ ਤੱਕ ਹੈ।
ਇਹ ਜਿਹੜਾ ਜੁੜ ਗਿਆ ਉਹਨੂੰ ਸੱਚਖੰਡ ਤੱਕ ਲੈ ਜਾਵੇਗੀ। ਇਹ ਨਾਮ ਦੀ ਐਸੀ ਰੀਤੀ ਕਹੀ ਹੈ। ਇੱਕ ਚਿਤ ਸਿਮਰਹਿ ਜੇ ਦਿਨ ਰਾਤੀ, ਜੇ ਦਿਨ ਰਾਤ ਇੱਕ ਚਿਤ ਹੋ ਕੇ ਸਿਮਰਨ ਕਰੀਏ। ਛੁੱਟੇ ਦੇਹ ਤੋ ਹੋਤ ਸੰਗਾਤੀ, ਜਦੋਂ ਦੇਹ ਛੁੱਟ ਜਾਂਦੀ ਹੈ ਭਾਵ ਫਿਰ ਜੀਵ ਆਤਮਾ ਦਾ ਸੰਗੀ ਹੁੰਦਾ ਹੈ ਨਾਮ। ਜਹ ਨਾਮੀ ਕੋ ਦੇਸ ਸੁਹਾਵਨ, ਤੇ ਜਿੱਥੇ ਭਾਈ ਸੋਹਣਾ ਸੁੰਦਰ ਸੱਚਖੰਡ ਦੇਸ਼ ਹੈ ਨਾਮ ਦਾ, ਤਹਾਂ ਕਰਹਿ ਬਿਨ ਬਿਲਮ ਪਲਾਵਨ, ਉੱਥੇ ਉਹ ਬਿਨਾਂ ਦੇਰੀ ਤੋਂ ਭਾਈ ਪਹੁੰਚਦਾ ਕਰ ਦਿੰਦਾ ਹੈ। ਬਹੁਰ ਨ ਜਗ ਮਹਿ ਪਾਵਹਿ ਦੇਹੀ, ਫਿਰ ਉਹ ਵੀ ਨਾਮ ਦੇ ਨਾਲ ਜੁੜ ਕੇ ਉੱਥੇ ਦਾ ਹੀ ਵਾਸੀ ਬਣ ਜਾਂਦਾ। ਮੁੜ ਕੇ ਭਾਈ ਸੰਸਾਰ ਵਿੱਚ ਆ ਦੇਹ ਨਹੀਂ ਪਾਉਂਦਾ ਹੈ, ਜੰਮਣ ਮਰਨ ਨਹੀਂ ਹੁੰਦਾ ਹੈ। ਸਤ ਨਾਮ ਕੇ ਭੇਜੋ ਸਨੇਹੀ, ਕੌਣ ਨਹੀਂ ਪਾਉਂਦੇ ਭਾਈ ਜਿਹੜੇ ਸਤ ਨਾਮ ਦੇ ਸਨੇਹੀ ਪ੍ਰੇਮੀ ਹੋ ਗਏ। ਸੁਨ ਉਪਦੇਸ਼ ਲੱਗੀ ਲੈਵ ਨਾਮੂ, ਇਹ ਉਪਦੇਸ਼ ਸੁਣ ਕੇ ਰਾਏ ਬੁਲਾਰ ਦੀ ਪਰਮੇਸ਼ਰ ਦੇ ਨਾਮ ਨਾਲ ਲਿਵ ਲੱਗ ਗਈ। ਜਾਗਿਓ ਪਰਮ ਪ੍ਰੇਮ ਅਬਰਮ, ਉਹਦੇ ਅੰਦਰ ਬਹੁਤ ਹੀ ਸੁੰਦਰ ਪ੍ਰੇਮ, ਮਹਾਨ ਵੱਡਾ ਪਰਮੇਸ਼ਰ ਦਾ ਪ੍ਰੇਮ ਜਾਗ ਪਿਆ। ਲੈ ਗੁਰ ਬਦ ਰਾਏ ਮੁਦ ਪਾਈ, ਲੈ ਗੁਰ ਸ਼ਬਦ, ਹਾਂ ਇੱਥੇ ਸੱਸਾ ਨਹੀਂ ਛਪਿਆ, ਲੈ ਗੁਰ ਸ਼ਬਦ ਰਾਏ ਮੁਦ ਪਾਈ। ਭਾਈ ਰਾਏ ਬੁਲਾਰ ਨੇ ਗੁਰੂ ਸਾਹਿਬ ਤੋਂ ਸ਼ਬਦ ਉਪਦੇਸ਼ ਲੈ ਕੇ ਖੁਸ਼ੀ ਪਾਈ ਹੈ। ਤਲਵੰਡੀ ਤਬ ਨਾਮ ਹਟਾਈ, ਤੇ ਫਿਰ ਉਸ ਨੇ ਇਹ ਨਗਰ ਦਾ ਨਾਮ ਬਦਲਤਾ। ਤਲਵੰਡੀ ਨਾਮ ਜਿਹੜਾ ਹੈ ਉਹ ਹਟਾ ਦਿੱਤਾ ਰਾਏ ਬੁਲਾਰ ਨੇ। ਤਹਿ ਕੋ ਸ੍ਰੀ ਨਨਕਾਣਾ ਸਾਹਿਬ, ਕਹਿਤਾ ਭਾਈ ਹੁਣ ਇਹਨੂੰ ਤਲਵੰਡੀ ਰਾਏ ਭੋਏ ਦੀ ਨਾ ਕਿਹੋ, ਕਿਉਂਕਿ ਰਾਏ ਬੁਲਾਰ ਰਾਏ ਭੋਏ ਦਾ ਪੁੱਤਰ ਸੀ। ਰਾਏ ਭੋਏ ਨੇ ਨਗਰ ਵਸਾਇਆ ਸੀ ਤੇ ਇਹਦਾ ਨਾਂ ਫਿਰ ਤਲਵੰਡੀ, ਰਾਏ ਭੋਏ ਦੀ ਤਲਵੰਡੀ ਪਿਆ। ਰਾਏ ਭੋਏ ਦੇ ਅੱਗੇ ਪੁੱਤਰ ਹੋਇਆ ਰਾਏ ਬੁਲਾਰ। ਤੇ ਰਾਏ ਬੁਲਾਰ ਦੇ ਗੁਰਮੁਖੇ ਦੇ ਕੋਲੇ 1500 ਮਰਬਾ ਜ਼ਮੀਨ ਸੀ। ਜਿਵੇਂ 25 ਕਿੱਲਿਆਂ ਦਾ ਮਰਬਾ ਹੈ ਨਾ, 1500 ਮਰਬਾ, ਪਰ ਔਲਾਦ ਨਹੀਂ ਸੀ ਕੋਈ। ਬੇਨਤੀ ਕੀਤੀ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ, ਮਹਾਰਾਜ ਕਿਰਪਾ ਹੋਵੇ। ਉਹਦੇ ਮਨ ਵਿੱਚ ਉਹਨੇ ਭਾਵਨਾ ਵਧੀ ਵੀ ਮੇਰੇ ਔਲਾਦ ਹੋ ਜੇ, ਮੈਂ ਅੱਧੀ ਜਾਇਦਾਦ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਮ ਲਵਾਵਾਂਗਾ। ਫਿਰ ਇਹਦੇ ਪੁੱਤਰ ਹੋਇਆ ਰਾਏ ਬੁਲਾਰ ਦੇ। ਤਾਂ ਇਹਨੇ ਫਿਰ ਇਸ ਖੁਸ਼ੀ ਵਿੱਚ ਹੀ 750 ਮਰਬਾ ਜਿਹੜੀ ਜ਼ਮੀਨ ਹੈ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਮ ਲਵਾਈ। ਜੋ ਨਨਕਾਣਾ ਸਾਹਿਬ ਦਾ ਜਿੰਨਾ ਏਰੀਆ ਹੈ ਨਾ ਆਲਾ ਦੁਆਲਾ, ਇਹ ਭਾਈ ਪੁਰਾਤਨ ਕਾਗਜ਼ਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਹੈ। ਅੱਜ ਵੀ ਜਿਹੜੇ ਉੱਥੇ ਸਿਆਣੇ ਮੁਸਲਮਾਨ ਹੈ ਨਾ, ਉਹ ਇਹੀ ਗੱਲ ਮੰਨਦੇ ਆ, ਕਿਉਂਕਿ ਇਹਨਾਂ ਨੇ ਪਿੱਛੇ ਜੇ ਅਦਾਲਤ ਵਿੱਚ ਕੇਸ ਕਰਤਾ ਸੀ ਵੀ ਜਿਹੜੇ ਜ਼ਮੀਨਾਂ ਤੇ ਅਸੀਂ ਕਾਗਜ਼ਾਂ ਸਾਡੇ ਨਾਂ ਕੀਤੀਆਂ ਜਾਣ। ਅਦਾਲਤ ਦੇ ਵਿੱਚ ਕੇਸ ਚੱਲਿਆ, ਆਖਰ ਫਿਰ ਕਾਗਜ਼ ਪੱਤਰ ਤਿਆਰ ਹੋਏ। ਜਿਹੜੇ ਮੁੱਖ ਜੱਜ ਸੀ ਸਿਆਣਾ ਬਹੁਤ ਸੀ, ਉਹਨੇ ਸਿਆਣੇ ਬੰਦੇ ਸਾਰੇ ਸੱਦ ਲਏ। ਉਹ ਕਹਿੰਦਾ ਵੀ ਮੈਂ ਇੱਕ ਸਲਾਹ ਦਿੰਦਾ ਤੁਹਾਨੂੰ, ਅਜੇ ਕਿਸੇ ਸਿੱਖ ਨੇ ਤੁਹਾਡੇ ਇਸ ਵਿਰੁੱਧ ਜ਼ਮੀਨ ਲੈਣ ਲਈ ਕੋਈ ਕੇਸ ਨਹੀਂ ਪਾਇਆ। ਜੇ ਤੁਸੀਂ ਸਿਆਣੇ ਬਣੋ ਤਾਂ ਕੇਸ ਵਾਪਸ ਲੈ ਲਓ, ਨਹੀਂ ਇਹ ਤੁਹਾਡੇ ਕੋਲੇ ਰਹਿਣੀ ਨਹੀਂ ਜ਼ਮੀਨ। ਉਹਨੇ ਸਾਰੇ ਕਾਗਜ਼ ਕੱਢ ਕੇ ਰੱਖਤੇ ਵੀ ਇਹ ਜ਼ਮੀਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਬੋਲਦੀ ਆ। 750 ਮਰਬਾ, ਪਿੰਡਾਂ ਦੇ ਪਿੰਡ ਵਿਹਲੇ ਹੋ ਜਾਣੇ ਇੱਥੋਂ ਆਲਾ ਦਾਲਾ। ਇਸ ਕਰਕੇ ਫਿਰ ਉਹ ਅਦਾਲਤਾਂ 'ਚ ਉਹਨਾਂ ਨੇ ਕੇਸ ਵਾਪਸ ਲਿਆ। ਤੇ ਅੱਜ ਵੀ ਉਹ ਕਹਿੰਦੇ ਵੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਧਰਤੀ ਤੇ ਬੈਠੇ ਆ। ਸਤਿਗੁਰੂ ਪਾਤਸ਼ਾਹ ਦੇ ਨਾਂ ਲਵਾਤੀ। ਮਹਾਰਾਜ ਕਹਿੰਦੇ ਅਸੀਂ ਕਿਆ ਕਰਨੀ ਆ, ਉਸੇ ਤਰ੍ਹਾਂ ਹੀ ਕਾਰਜ ਚੱਲੀ ਗਏ, ਬਸੀ ਗਏ ਲੋਕ। ਪਰ ਉਹ 750 ਮਰਬਾ ਹਜੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਮ ਤੇ ਹੀ ਸਾਰਾ ਬੋਲਦਾ ਹੈ। ਇਹ ਏਡੀ ਵੱਡੀ ਮਹਾਰਾਜ ਦੀ ਕਿਰਪਾ ਦਇਆ ਹੈ। ਉਸ ਦਿਨ ਤੋਂ ਫਿਰ ਰਾਏ ਬੁਲਾਰ ਨੇ ਕਹਿਤਾ ਵੀ ਇਹਨੂੰ ਰਾਏ ਭੋਏ ਦੀ ਤਲਵੰਡੀ ਨਹੀਂ ਕਹਿਣਾ, ਤੂੰ ਭਾਈ ਇਹਦਾ ਜਿਹੜਾ ਨਾਮ ਹੈ ਇਹ ਤਹਿ ਕੋ ਸ੍ਰੀ ਨਨਕਾਣਾ ਸਾਹਿਬ, ਇਹਨੂੰ ਫਿਰ ਸ੍ਰੀ ਨਨਕਾਣਾ ਸਾਹਿਬ ਨਾਮ ਰਾਖਿਓ। ਬੁੱਧੀ ਰਾਏ ਆਜਾਇਬ,
ਇਉਂ ਭਾਈ ਇਸ ਰਾਏ ਬੁਲਾਰ ਬੁੱਧੀ ਰਾਏ ਨੇ ਇਹ ਭਾਈ ਜਿਹੜਾ ਨਾਂ ਰੱਖਿਆ, ਤਿਸ ਦਿਨ ਤੇ ਨਨਕਾਣੇ ਸਾਹਿਬ। ਤੇ ਨਾਲ ਹੀ ਇੱਕ ਵੱਡਾ ਜੋੜ ਮੇਲੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਪੁਰਬ ਵੱਡੇ ਮੇਲੇ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ। ਉਸ ਦਿਨ ਤੋਂ ਫਿਰ ਨਨਕਾਣਾ ਸਾਹਿਬ ਵਿੱਚ ਹੋਣ ਲੱਗਿਓ ਮੇਲਾ ਸੋ ਅਜਾਇਬ। ਇਹ ਬੜਾ ਅਜੀਬ ਵੱਡਾ ਮਹਾਨ ਮੇਲਾ ਹੋਣ ਲੱਗਿਆ। ਗੁਰੂ ਨਾਮ ਪੁਨ ਲੰਗਰ ਲਾਇਓ, ਤੇ ਗੁਰੂ ਸਾਹਿਬ ਦੇ ਨਾਮ ਤੇ ਫਿਰ ਵੱਡਾ ਲੰਗਰ ਲਾਇਆ। ਕਰ ਸੋ ਦਸਮੋਂ ਬਾਂਟਾ ਪਾਇਓ, ਤੇ ਇਸ ਤਰ੍ਹਾਂ ਕਰ ਸੋ ਦਸਮੋਂ ਬਾਂਟਾ ਪਾਇਓ। ਤੇ ਉਹਨੇ ਇਉਂ ਹੱਥੀਂ ਜਿਹੜਾ ਹੈ ਇਹ ਭਾਈ ਜਿਹੜਾ ਲੰਗਰ ਹੈ ਇਹ ਚਲਾਇਆ। ਐਸੀ ਰਾਏ ਬੁਲਾਰ ਨੇ ਸੇਵਾ ਕੀਤੀ ਹੈ। ਲੱਗਿਓ ਦੀਵਾਨ ਆਇਓ ਮਰਦਾਨਾ, ਤੇ ਦੀਵਾਨ ਲੱਗਿਆ। ਭਾਈ ਮਰਦਾਨਾ ਜੀ ਪਹੁੰਚ ਗਏ। ਗੁਰ ਚਰਨਨ ਪਰ ਪਾਇਨ ਠਾਨਾ, ਉਹ ਗੁਰੂ ਮਹਾਰਾਜ ਦੇ ਚਰਨਾਂ ਤੇ ਪਏ ਹਨ। ਜੋਰ ਹਾਥ ਜੁਗ ਬਿਨੈ ਬਖਾਨੀ, ਹੱਥ ਜੋੜੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ। ਸੁਣ ਜਜਮਾਨ ਅਦਕ ਤੁਮ ਦਾਨੀ, ਹੇ ਜਜਮਾਨ ਧੰਨ ਗੁਰੂ ਨਾਨਕ ਦੇਵ ਜੀ ਤੁਸੀਂ ਬਹੁਤ ਵੱਡੇ ਦਾਨੀ ਹੋ। ਵਿਆਹ ਵਰੇ ਗੰਢ ਕੇਰ ਵਧਾਈ, ਇਉਂ 10ਵੇਂ ਕਿ ਦਿਨ ਭਾਵ ਵਿਆਹ ਤੋਂ ਬਾਅਦ ਜੋ ਭਾਈ ਬਹੁਤ ਵੱਡੀ ਵਰੇ ਗੰਢ ਜਿਹੜੀ ਹੈ ਵਿਆਹ ਦੀ, ਤੇ ਜਾਂ ਵਿਆਹ ਵਰੇ ਗੰਢ ਕਹਿੰਦੇ ਤੁਹਾਡੇ ਵਿਆਹ ਦੀ ਤੇ ਤੁਹਾਡੇ ਵਰੇ ਗੰਢ ਅਵਤਾਰ ਪੁਰਬ ਦੀ ਵਧਾਈ ਹੋਵੇ। ਮੁਝ ਦੀਜੈ ਬੇਦੀ ਕੇ ਰਾਈ, ਇਹ ਵਧਾਈ ਮੈਨੂੰ ਕਿਰਪਾ ਕਰਕੇ ਇਹ ਬੇਦੀ ਵੰਸ਼ ਦੇ ਰਾਈ ਕਹੀਏ ਰਾਜਾ ਕਿਰਪਾ ਕਰਕੇ ਦੇਵੋ ਜੀ। ਭੇ ਸੁਖ ਸਾਰ ਆਵਾਸ ਮਿਰਾਸੀ, ਤਾਂ ਕਿ ਮੈਂ ਵੀ ਇਹ ਮਰਾਸੀ ਘਰ ਵਿੱਚ ਸੁਖ ਨਾ ਰਹਿ ਸਕਾਂ। ਧਰੋਂ ਸਦਾ ਮੈਂ ਰਾਵ ਰਿਆਸੀ, ਤੇ ਮੈਂ ਤਾਂ ਸਦਾ ਹੀ ਤੁਹਾਡਾ ਹੀ ਆਸਰਾ ਤੱਕਦਾ ਹਾਂ। ਨਰ ਅਨੇਕ ਤੁਮ ਤੇ ਵਰਸਾਨੇ, ਬਹੁਤ ਲੋਕ ਮਹਾਰਾਜ ਤੁਹਾਡੇ ਤੋਂ ਵਰੋਸਾਏ ਗਏ। ਭਾਵਹਿ ਜਾਚਕ ਨਿਜ ਮਨ ਭਾਨੇ, ਜਿੰਨੇ ਮੰਗ ਤੇ ਮੰਗਣ ਆਉਂਦੇ ਆ ਤੁਹਾਡੇ ਕੋਲੋਂ ਮਨ ਭਾਉਂਦੀ ਵਸਤੂ ਪਾਉਂਦੇ ਨੇ। ਅਬ ਲੋ ਮੈਂ ਨਾ ਜਾਚਨਾ ਕੀਨੀ, ਪਰ ਹੁਣ ਤੱਕ ਮਹਾਰਾਜ ਮੈਂ ਕੁਛ ਨਹੀਂ ਕਦੇ ਮੰਗਿਆ ਹੈ। ਤੁਮ ਪਿਤ ਦੇਤ ਵਸਤ ਸੋ ਲੀਨੀ, ਹਾਂ ਤੁਹਾਡਾ ਪਿਤਾ ਬਾਬਾ ਕਾਲੂ ਜੋ ਵਸਤੂ ਦੇ ਦਿੰਦਾ ਸੀ ਉਹ ਮੈਂ ਲੈ ਲੈਂਦਾ ਸਾਂ। ਗਤ ਦਾਨੀ ਸੁਨ ਕਰ ਤਹਿ ਬਾਨੀ, ਮੁਕਤੀ ਦਾਤਾ ਭਾਈ ਮਰਦਾਨੇ ਦੀ ਇਹ ਬੇਨਤੀ ਸੁਣੀ। ਬੋਲੇ ਮਿਰਦਲ ਪਰਮ ਸੁਖ ਸਾਨੀ, ਤਾਂ ਫਿਰ ਕੋਮਲ ਬਚਨ ਬਹੁਤ ਸੁੱਖਾਂ ਨਾਲ ਮਿਲੇ ਹੋਏ ਸਤਿਗੁਰਾਂ ਨੇ ਕਹੇ। ਜੌਨ ਮਨੋਰਥ ਮਨ ਹੋਇ ਤੇਰੇ, ਭਾਈ ਮਰਦਾਨੇ ਜਿਹੜਾ ਤੇਰੇ ਮਨ ਦਾ ਮਨੋਰਥ ਹੋਵੇ। ਕਰੋ ਬਚਨ ਦੇਵੋਂ ਬਿਨ ਦੇਰੇ, ਉਹ ਤੂੰ ਬਚਨ ਕਰ ਮਹਾਰਾਜ ਕਹਿੰਦੇ ਬਿਨਾਂ ਦੇਰੇ ਤੋਂ ਤੈਨੂੰ ਬਖਸ਼ਿਸ਼ ਕਰਦੇ ਹਾਂ। ਹਮਰੋ ਤੁਮ ਸੋ ਹੈ ਬਹੁ ਕਾਜੂ, ਭਾਈ ਮਰਦਾਨਿਆ ਤੇਰੇ ਨਾਲ ਤਾਂ ਸਾਡਾ ਬਹੁਤ ਕੰਮ ਹੈ। ਅਬ ਲਾਖਾ ਪੂਰੋਂ ਨਿਜ ਆਜੂ, ਮੈਂ ਤੇ ਹੁਣੇ ਹੀ ਮਹਾਰਾਜ ਕਹਿੰਦੇ ਤੇਰੀ ਅਭਿਲਾਸ਼ਾ ਪੂਰੀ ਕਰ ਦੇਵਾਂਗਾ। ਮਰਦਾਨਾ ਗੁਣ ਕੈ ਮਨ ਸਵਾਰਥ, ਭਾਈ ਮਰਦਾਨਾ ਨੇ ਆਪਣੇ ਮਨ ਦੇ ਸਵਾਰਥ ਮਨ ਦੇ ਪ੍ਰਯੋਜਨ ਵਾਸਤੇ ਇਹ ਵਿਚਾਰ ਜੀ ਕਰਕੇ ਕਹਿ ਦੇਹੋ ਕੋ ਭਲੋ ਪਦਾਰਥ, ਕਹਿੰਦਾ ਜੀ ਕੋਈ ਭਲਾ ਚੰਗਾ ਪਦਾਰਥ ਬਖਸ਼ੋ। ਬੋਲੇ ਕਮਨ ਨੈਣ ਤੁਝ ਦੀਨੋ, ਮੁਕਮਲ ਨੇਤਰ ਸਤਿਗੁਰੂ ਜੀ ਕਹਿੰਦੇ ਜਾ ਫਿਰ ਭਾਈ ਮਰਦਾਨੇ ਤੈਨੂੰ ਆਹ ਦਾਨ ਦਿੱਤਾ। ਬਾਦਤ ਤੰਤ ਬਜਾਵਨ ਚੀਨੋ, ਭਾਈ ਮਰਦਾਨਿਆਂ ਤੈਨੂੰ ਤੰਤੀ ਸਾਜ਼ ਵਜਾਉਣ ਦਾ ਬਲ ਬਖਸ਼ਿਆ। ਮਹਾਰਾਜ ਨੇ ਦੇਖੋ ਕਿਰਪਾ ਕਰਤੀ। ਤੰਤੀ ਸਾਜ਼ ਕਹਿੰਦੇ ਤਾਰ, ਉਹ ਸਾਜ਼ ਜਿਹੜੇ ਤਾਰ ਨਾਲ ਵਜਾਏ ਜਾਂਦੇ ਆ, ਇਹ ਕਿਰਪਾ ਕੀਤੀ। ਸਾ ਗੁਣ ਤੇ ਮਨ ਕਰ ਹਰ ਸੋਕੂ, ਔਰ ਭਾਈ ਫਿਰ ਉਹਦੇ ਮਨ ਦੇ ਜਿਹੜੇ ਸੋਗ ਦੁੱਖ ਸਾਰੇ ਹੀ ਮਹਾਰਾਜ ਨੇ ਦੂਰ ਕਰਤੇ।
ਬੰਧਨ ਤਜ ਹੋਇ ਸੁਖ ਦੁਇ ਲੋਕੂ। ਬੰਧਨ ਤਜ, ਸਾਰੇ ਬੰਧਨਾਂ ਨੂੰ ਛੱਡ ਕਰਕੇ ਮਹਾਰਾਜ ਕਹਿੰਦੇ ਦੋਨੇ ਲੋਕਾਂ ਦੇ ਤੈਨੂੰ ਸੁਖ ਬਖਸ਼ੇ। ਹਰ ਗੁਣ ਗਾਵਨ ਕੇ ਰਸ ਮਾਹੀ, ਜੋ ਪਰਮੇਸ਼ਰ ਦੇ ਗੁਣ ਗਾਵੇਗਾ ਵਾਹਿਗੁਰੂ ਦੇ ਗੁਣ ਗਾਉਣ ਦੇ ਰਸ ਵਿੱਚ, ਪਰਚਹਿ ਮਨ ਅਵ ਗੁਣ ਮਿਟ ਜਾਹੀ। ਭਾਈ ਮਰਦਾਨਿਆ ਤੇਰਾ ਮਨ ਬਹੁਤ ਪਰਚੇਗਾ ਤੇ ਸਾਰੇ ਔਗਣ ਮਿਟ ਜਾਣਗੇ। ਅਸ ਗੁਣ ਜਾਨੋ ਭਲੋ ਪਦਾਰਥ, ਇਹ ਗੁਣ ਨੂੰ ਜਾਣ ਵੀ ਇਹ ਸਭ ਤੋਂ ਭਲਾ ਪਦਾਰਥ ਹੈ। ਰਹਿ ਸੰਗ ਸਬਰੈ ਪਰਮਾਰਥ, ਇਹ ਨਾਲੇ ਨਾਲ ਰਹੂਗਾ ਤੇ ਨਾਲੇ ਤੇਰਾ ਪਰਮਾਰਥ ਧਰਮ ਮਾਰਗ ਸਬਰ ਜਾਵੇਗਾ। ਪੁਨ ਸਿਰੀ ਪੰਕਜ ਲੋਚਨ ਚਾਰੀ, ਫੇਰ ਭਾਈ ਕਮਲ ਨੇਤਰ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਘਰ ਤੇ ਜਾਮਾ ਦੀਨ ਉਤਾਰੀ, ਗਲ ਦੇ ਵਿੱਚੋਂ ਜਿਹੜਾ ਸੰਸਾਰੀ ਜਾਮਾ ਸੀ ਉਤਾਰਿਆ। ਕੇਤਕ ਦਰਬ ਚੇਤ ਭੇ ਸੰਗਾ, ਇਥੇ ਚੇਤ ਦੇ ਨਾਲ ਅਰਥ ਹੈ ਭਾਵ ਲੇਤ। ਕੁਝ ਕੁ ਜਿਹੜਾ ਹੈ ਦਰਬ ਮਾਇਆ ਨਾਲ ਲਈ, ਲੈ ਮਰਦਾਨੇ ਸੰਗੋ ਮੰਗਾ। ਭਾਈ ਮਰਦਾਨੇ ਨੂੰ ਉਤਸ਼ਾਹ ਸਹਿਤ ਨਾਲ ਲਿਆ। ਜਾਮਾ ਪਾਏ ਬਹੁਤ ਮੁੱਦ ਪਾਇਓ, ਤੇ ਉਹ ਜਾਮਾ ਮਹਾਰਾਜ ਨੇ ਬਖਸ਼ਿਆ ਤੇ ਲੈ ਕੇ ਬਹੁਤ ਖੁਸ਼ੀ ਪਾਈ ਹੈ। ਸ੍ਰੀ ਸਤਿਗੁਰ ਨੇ ਪੁਨਹਿ ਲਾਇਓ, ਇਉਂ ਚੋਲਾ ਬਖਸ਼ਤਾ ਭਾਈ ਮਰਦਾਨੇ ਨੂੰ। ਤੇ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਬਚਨ ਕਹੇ, ਤਿਆਰ ਹੋਣ ਅਬ ਤੂੰ ਮਰਦਾਨੇ। ਭਾਈ ਮਰਦਾਨਿਆ ਹੁਣ ਤੂੰ ਤਿਆਰ ਹੋ, ਲੈ ਚੱਲ ਹੈ ਤੁਝ ਪੁਰ ਸੁਲਤਾਨੇ। ਅਸੀਂ ਚੱਲਣਾ ਹੈ ਭਾਈ ਬਾਲੇ ਸਮੇਤ, ਮਾਤਾ ਸੁਲੱਖਣੀ ਸਭ ਨੇ, ਚੱਲ ਤੈਨੂੰ ਸੁਲਤਾਨਪੁਰ ਲੈ ਚੱਲੀਏ। ਦੂਸਰ ਦਿਨ ਤਬ ਕੀਨ ਤਿਆਰੀ, ਤੇ ਦੂਜੇ ਦਿਨ ਤਲਵੰਡੀਓਂ ਸੁਲਤਾਨਪੁਰ ਨੂੰ ਚੱਲਣ ਦੀ ਤਿਆਰੀ ਕੀਤੀ। ਮਿਲਣ ਆਏ ਬਹੁ ਨਾਰਿਓ ਨਾਰੀ, ਬਹੁਤ ਮਾਈ ਭਾਈ ਮਿਲਣ ਆਏ। ਮਿਲੀ ਮਾਤ ਔਰ ਪ੍ਰੇਮ ਵਢਾਈ, ਮਾਤਾ ਮਿਲੀ ਹੈ ਸਭ ਨੂੰ ਬਹੁਤ ਪ੍ਰੇਮ ਵਧਾਇਆ ਹੈ। ਵਿਛੜਨ ਕਸ਼ਟ ਹੋਤ ਅਧਿਕਾਈ, ਮਹਾਰਾਜ ਹੁਣ ਇੱਥੋਂ ਵਿਛੜ ਰਹੇ ਨੇ, ਮਾਤਾ ਕੋਲੋਂ ਬਹੁਤ ਦੁੱਖ ਵੀ ਹੋ ਰਿਹਾ ਹੈ। ਆਸਖ ਦੇਤ ਪਲੋਸਤ ਮਾਥਾ, ਅਸੀਸਾਂ ਦਿੰਦੀ ਹੈ ਸਿਰ ਪਲੋਸਦੀ ਹੈ। ਮਨ ਹੈ ਮਨਾਵਤ ਸ੍ਰੀ ਜਗਨਾਥਾ, ਇਹ ਮਾਨੋ ਜਗਤ ਮਾਲਕ ਨੂੰ ਮਨਾ ਰਹੀ ਹੋਵੇ। ਸੁਤ ਕੀ ਕੁਸ਼ਲ ਕਰੋ ਸਭ ਕਾਲਾ, ਇਉਂ ਕਿ ਸਾਰੇ ਇਸ ਤਰ੍ਹਾਂ ਅਸੀਸਾਂ ਦਿੰਦੀ ਵੀ ਸਾਰੇ ਸਮੇਂ ਪੁੱਤਰ ਦੇ ਖੁਸ਼ੀ ਆਨੰਦ ਵਾਲੇ ਹੋਣ। ਅੰਤਰਜਾਮੀ ਦੀਨ ਦਿਆਲਾ, ਹੇ ਅੰਤਰਜਾਮੀ ਦੀਨ ਦਿਆਲ ਪਰਮੇਸ਼ਰ ਤੂੰ ਕਿਰਪਾ ਕਰੀ। ਧਰਿਓ ਮਾਤ ਕੇ ਪੱਗ ਪਰ ਸੀਸਾ, ਫਿਰ ਧੰਨ ਗੁਰਾਂ ਪਾਤਸ਼ਾਹ ਨੇ ਭਾਈ ਮਾਤਾ ਦੇ ਚਰਨਾਂ ਤੇ ਸੀਸ ਰੱਖਿਆ। ਨਿਕਸੇ ਨਿਜ ਘਰ ਤੇ ਜਗਦੀਸ਼ਾ, ਜਗਤੀਸ਼ਵਰ ਸਤਿਗੁਰੂ ਜੀ ਭਾਈ ਆਪਣੇ ਘਰੋਂ ਨਿਕਲੇ ਹਨ। ਪ੍ਰੇਮੀ ਮਿਲੇ ਆਨ ਜੇ ਪੁਰ ਕੇ, ਜਿਹੜੇ ਕੋਈ ਨਗਰ ਦੇ ਪ੍ਰੇਮੀ ਆ ਕੇ ਮਿਲੇ ਹਨ। ਪਰਸ ਪਰਸ ਗਮਨੇ ਪੱਗ ਗੁਰ ਕੇ, ਇਉਂ ਭਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਰਸ ਪਰ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਨੂੰ ਪਰਸ ਪਰਸ ਕੇ ਆਪਣੇ ਗਮਨੇ ਪੱਗ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸ ਪਰਸ ਕੇ ਘਰਾਂ ਨੂੰ ਚਲੇ ਗਏ। ਪੁਨ ਬਾਬਾ ਕਾਲੂ ਕੋ ਬੰਧਨ, ਫਿਰ ਭਾਈ ਸਤਿਗੁਰਾਂ ਨੇ ਬਾਬਾ ਕਾਲੂ ਜੀ ਨੂੰ ਬੰਦਨਾ ਕੀਤੀ ਹੈ। ਗਮਨੇ ਮਾਰਗ ਦੋਖ ਨਿਕੰਦਨ, ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਮਾਰਗ ਤੇ ਚੱਲ ਪਏ। ਬੰਦ ਸੁਲੱਖਣੀ ਸਾਸੂ ਚਰਨਾ, ਮਾਤਾ ਸੁਲੱਖਣੀ ਨੇ ਸੱਸ ਮਾਤਾ ਤ੍ਰਿਪਤਾ ਦੇ ਚਰਨੀ ਮੱਥਾ ਟੇਕਿਆ। ਮਿਲਤ ਸਨੇਹ ਸੰਗ ਕਰ ਕਰਨਾ, ਇਉਂ ਸਨੇਹ ਸਹਿਤ ਭਾਈ ਮਿਲੇ ਹਨ। ਦਈ ਆਸਖਾ ਚਿਤੇ ਹਿਤਕਾਰੀ, ਚਿੱਤ ਤੋਂ ਪ੍ਰੇਮ ਨਾਲ ਅਸੀਸਾਂ ਦਿੱਤੀਆਂ ਮਾਤਾ ਤ੍ਰਿਪਤਾ ਨੇ। ਸਦਾ ਸੁਹਾਗ ਸਹਿਤ ਸੁਖ ਭਾਰੀ,
ਇਹ ਸਦਾ ਸੁਹਾਗਣ ਰਹੇ ਸੁੱਖਾਂ ਸਮੇਤ ਰਹੇ। ਭਾਗਵਾਨ ਸੁਤ ਕੀ ਹੈ ਮਾਤਾ, ਇਉਂ ਮੈਂ ਤਾਂ ਭਾਗਾਂ ਵਾਲੇ ਪੁੱਤਰ ਦੀ ਮਾਤਾ, ਜਾਂ ਇਹ ਕਿਹਾ ਵੀ ਤੂੰ ਭਾਗਾਂ ਵਾਲੇ ਪੁੱਤਰ ਦੀ ਮਾਤਾ ਬਣੇ। ਪਤ ਕੀ ਪ੍ਰੀਤ ਰਹਿ ਸਭ ਭਾਤਾ, ਸਭ ਤਰ੍ਹਾਂ ਕਰਕੇ ਤੈਨੂੰ ਪਤੀ ਦਾ ਪ੍ਰੇਮ ਮਿਲੇ। ਚੜ ਡੋਰੇ ਗਮਨੀ ਮਗ ਮਾਹੀ, ਡੋਲੇ ਚੜ ਕੇ ਰਸਤੇ ਚੱਲ ਪਈ। ਹੈ ਪਰ ਸ੍ਰੀ ਸਤਿਗੁਰ ਚੜ ਜਾਹੀ, ਹੈ ਦਾ ਭਾਵ ਹੈ ਘੋੜੇ ਤੇ ਸਤਿਗੁਰੂ ਜੀ ਸਵਾਰ ਹਨ। ਸ੍ਰੀ ਨਾਨਕੀ ਸੰਗ ਜਰਾਮ, ਮਾਤਾ ਜੋ ਬੇਬੇ ਨਾਨਕੀ ਹੈ ਸੰਗ ਭਾਈਆ ਜੈ ਰਾਮ ਹੈ। ਸ੍ਰੀ ਬਾਲਾ ਮਰਦਾਨਾ ਸਾਮ, ਫਿਰ ਨਾਲ ਭਾਈ ਬਾਲਾ ਤੇ ਮਰਦਾਨਾ ਹਨ। ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ, ਕਦਮ ਕਦਮ ਚੱਲਦੇ ਹੋਏ ਸੁਲਤਾਨਪੁਰ ਪਹੁੰਚੇ ਹਨ। ਦੀਨ ਦਾਨ ਬਹੁ ਦਇਆ ਨਿਧਾਨ, ਦਇਆ ਦੇ ਖਜ਼ਾਨੇ ਸਤਿਗੁਰੂ ਨੇ ਬਹੁਤ ਦਾਨ ਦਿੱਤਾ ਹੈ। ਪ੍ਰੇਮੀ ਹੁੱਤੇ ਨਗਰ ਕੇ ਜੇ, ਜਿਹੜੇ ਨਗਰ ਦੇ ਪ੍ਰੇਮੀ ਸਨ। ਦਰਸ਼ਨ ਕਰਨ ਆਏ ਸਭ ਤੇ, ਉਹ ਸਾਰੇ ਦਰਸ਼ਨ ਕਰਨ ਪਹੁੰਚੇ। ਬੰਦੈ ਪਦ ਅਰਬਿੰਦ ਮੁਕੰਦਾ, ਸਤਿਗੁਰਾਂ ਦੇ ਚਰਨਾਂ ਤੇ ਮੁਕਤੀ ਦਾਤੇ ਦੇ ਮੱਥਾ ਟੇਕਦੇ। ਸਨਮਨ ਸਭ ਕੋ ਸੁਖ ਕੰਦਾ, ਸੁੱਖਾਂ ਦੇ ਮੂਲ ਸਤਿਗੁਰੂ ਸਭ ਨੂੰ ਸਨਮਾਨ ਦਿੰਦੇ। ਭਈ ਰੈਨ ਬਿੰਜਨ ਕਰਵਾਏ, ਰਾਤ ਹੋਈ ਅੰਨ ਪਾਣੀ ਛਕਿਆ ਹੈ। ਨਿਕਟ ਨਾਨਕੀ ਬੈਠ ਜਵਾਏ, ਬੇਬੇ ਨਾਨਕੀ ਜੀ ਦੇ ਕੋਲ ਇਸ ਤਰ੍ਹਾਂ ਬੈਠੇ ਵੇਖੇ। ਰੈਨ ਬਿਖੈ ਸੈਨੰ ਪੁਨ ਕੀਨੀ, ਰਾਤ ਨੂੰ ਭਾਈ ਸੋਣਾ ਕੀਤਾ ਆਰਾਮ ਕੀਤਾ। ਬਹੁ ਕਿੰਕਰ ਕੋ ਜਿਨ ਗਤ ਦੀਨੀ, ਜੇ ਸਤਿਗੁਰੂ ਨੇ ਬੇਅੰਤ ਸੇਵਕਾਂ ਨੂੰ ਮੁਕਤੀ ਬਖਸ਼ੀ। ਸਵਾ ਜਾਮ ਨਿਸ ਤਜੀ ਗੁੜਾਕਾ, ਤੇ ਸਵਾ ਜਾਮ ਭਾਵ ਸਵਾ ਪਹਿਰ ਰਹਿੰਦੀ ਹੈ ਤਾਂ ਨਿੰਦਰਾ ਛੱਡ ਦਿੱਤੀ। ਉੱਠੇ ਸ਼ਾਂਤ ਦਾ ਦਰਸ਼ਨ ਜਾਂ ਕਾ, ਉੱਠੇ ਹਨ ਭਾਈ ਜਿਨ੍ਹਾਂ ਦੇ ਦਰਸ਼ਨ ਸ਼ਾਂਤੀ ਦੇਣ ਵਾਲੇ ਹੈ। ਸਭ ਹੈ ਸੋਚ ਸੋ ਕੀਨ ਸਿਨਾਨ, ਸੋਚ ਇਸ਼ਨਾਨ ਸਭ ਨੇ ਕੀਤਾ ਹੈ। ਆਸਨ ਕਰ ਬੈਠੇ ਨਿਜ ਧਿਆਨ, ਆਪਣੇ ਅੰਤਰ ਨਿਰਾਕਾਰ ਦੇ ਧਿਆਨ ਹੋ ਕੇ ਆਸਣ ਉੱਤੇ ਬੈਠ ਗਏ। ਤਿਮਰ ਨਸੇ ਹੋਈ ਜਬ ਭੋਰਾ, ਰਾਤ ਗਈ ਤੇ ਜਦੋਂ ਸਵੇਰ ਹੋਈ। ਗਮਨੇ ਬਹੁਰ ਦੁਕਾਨੇ ਓਰਾ, ਫਿਰ ਭਾਈ ਮੋਦੀ ਖਾਨੇ ਵੱਲ ਨੂੰ ਚੱਲੇ ਹਨ। ਕਰਨੇ ਲੱਗੋ ਬੈਸ ਕ੍ਰਿਤ ਮੋਦੀ, ਉੱਥੇ ਬੈਠ ਕੇ ਮੋਦੀ ਦੀ ਕ੍ਰਿਤ ਕਰਨ ਲੱਗੇ। ਲੈਣ ਦੇਣ ਜੋ ਹੈ ਨ੍ਰਿਪ ਲੋਧੀ, ਜੋ ਲੈਣਾ ਦੇਣਾ ਹੈ ਲੋਧੀ ਭਾਵ ਦੌਲਤ ਖਾਂ ਦਾ ਰਾਜੇ ਦਾ। ਕਰਤ ਕਿਤਕ ਜਬ ਕਾਲ ਬਿਤਾਵਾ, ਕਿਉਂ ਕੁਝ ਕੁ ਸਮਾਂ ਜਦੋਂ ਇਹ ਕਾਲ ਕਰਦਿਆਂ ਨੂੰ ਬੀਤਿਆ ਹੈ। ਲੈਨ ਸੁਤਾ ਨਿਜ ਮੂਲਾ ਆਵਾ, ਤਾਂ ਹੁਣ ਭਾਈ ਮੂਲਾ ਚੌਣਾ ਜੀ ਆਪਣੀ ਪੁੱਤਰੀ ਮਾਤਾ ਸੁਲੱਖਣੀ ਨੂੰ ਲੈਣ ਆ ਗਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਸ੍ਰੀ ਨਨਕਾਣਾ ਸੁਲਤਾਨਪੁਰ ਆਗਮਨ ਪ੍ਰਸੰਗ, ਜੋ ਸ੍ਰੀ ਨਨਕਾਣਾ ਸਾਹਿਬ ਸੁਲਤਾਨਪੁਰ ਆਉਣਾ ਉੱਥੋਂ ਇਹ ਆਉਣ ਦਾ ਪ੍ਰਸੰਗ ਵਰਣਨ ਕਿਹਾ। ਨਾਮ ਪੰਚ ਦਸਮੋ ਮੰਦਰ ਹੈ ਵੀ ਪੰਜ ਦਸਵੇਂ 15ਵੇਂ ਘਰ ਦੇ ਪ੍ਰਸੰਗ ਇੱਥੇ ਤੱਕ ਕਹੇ ਹਨ। ਟਾਈਮ ਹੋ ਗਿਆ ਹੈ ਸਮਾਪਤੀ ਦਾ, ਬਾਕੀ ਕਥਾ ਅੱਗੇ 16ਵੇਂ ਘਰ ਤੋਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।